ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ। ਸਟੇਜ ਤੇ ਤੁਹਾਡਾ ਲਗਾਤਾਰ ਇਹ ਭਾਸ਼ਣ ਦੇ ਵਿੱਚ ਬੜਾ ਤਿੱਖਾ ਜਿਹਾ ਗਾਣਾ ਰਹਿੰਦਾ। ਮੇਰੀ ਮਾਂ ਨੇ ਮੈਨੂੰ ਦੱਬਣ ਵਾਸਤੇ ਤਾਂ ਪੈਦਾ ਹੀ ਨਹੀਂ ਕੀਤਾ। ਮੈਂ ਤੁਹਾਨੂੰ ਸਟੇਜ ਤੇ ਵੀ ਇਹ ਕਿਹਾ, ਮਰ ਸਕਦਾ ਰਾਜਾ ਵੜਿੰਗ, ਦੱਬ ਨਹੀਂ ਸਕਦਾ। ਕਿ ਬਾਦਲ ਤੁਹਾਨੂੰ ਹਰਾਉਣ ਲੱਗੇ ਨੇ, ਉੱਥੇ ਤੁਹਾਡੇ ਬਾਦਲ ਵੀ ਤੁਹਾਨੂੰ ਹਰਾਉਣ 'ਚ ਲੱਗੇ ਹੋਏ। ਜਿੰਨਾ ਬਾਦਲ ਵਾਲੇ ਮੇਰੀ ਪਿੱਠ ਲਵਾਉਣਗੇ ਨਾ ਜਾਂ ਲਵਾਉਣੀ ਚਾਹੁੰਦੇ, ਉਨਾ ਹੀ ਮੈਂ ਤਕੜਾ ਹੋ ਕੇ ਉੱਪਰ। ਬਾਹਰਲੇ ਬਾਦਲ ਤੇ ਤੁਹਾਡੇ ਬਾਦਲਾਂ ਨਾਲ ਹੀ ਤੁਹਾਡਾ ਮੁਕਾਬਲਾ ਜਾਂ ਅੰਦਰ ਚੱਲੀ ਜਾਂਦਾ। ਅੱਖਾਂ 'ਚ ਤਾਂ ਮੈਂ ਰੜਕਦਾ ਹੀ, ਕੁਝ ਆਪਦੇ ਬਾਦਲ ਵਾਲਿਆਂ ਦੇ, ਕੁਝ ਉਹਨਾਂ ਦੇ। ਮਨਪ੍ਰੀਤ ਸਿੰਘ ਬਾਦਲ ਨਾਲ 36 ਦਾ ਅੰਕੜਾ ਹੈ, ਬਟ ਇਹ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੁਝ ਹੋਏਗਾ। ਲੋਕ ਜੋ ਸਿੱਧੂ ਬਾਰੇ ਪੰਜਾਬ ਮਾਡਲ ਦੀ ਗੱਲ ਜਦੋਂ ਜੋ ਸਿੱਧੂ ਕਰਦੇ ਨੇ, ਤੇ ਉਹ ਮਾਡਲ ਕਿਵੇਂ ਲਾਗੂ ਹੋ? ਪੰਜਾਬ ਕੋਲੇ ਤਾਂ ਪੈਸਾ ਹੀ ਹੈ ਨਹੀਂ, ਖਜ਼ਾਨਾ ਖਾਲੀ ਹੈ, ਸੈਂਟਰ ਤੋਂ ਕੁਝ ਦਿੰਦਾ ਨਹੀਂ, ਸੈਂਟਰ ਨਾਲ ਟਕਰਾਅ ਹੈ। ਉਹ ਟਿਕਟਾਂ ਵਾਲੇ ਨੂੰ ਲੈ ਕੇ ਬੜਾ ਰੌਲਾ ਪਿਆ ਤੁਹਾਡਾ ਕਈ ਥਾਈਂ। ਕਈ ਤਾਂ ਸੀਨੀਅਰ ਲੀਡਰ ਵੀ ਇੱਕ ਉਹਨਾਂ ਦੇ ਮੁੰਡੇ ਆਜ਼ਾਦ ਲੜ ਰਹੇ ਨੇ, ਕਿਤੇ ਹੋਰ ਰੌਲਾ ਜਾਏ। ਖਜ਼ਾਨਾ ਆਪੇ ਆ ਜਾਂਦਾ ਜੀ, ਜੇ ਬੰਦਾ ਕੁਝ ਕਰਨ ਵਾਲਾ ਹੋ। ਸੁਖਬੀਰ ਬਾਦਲ ਨਾਲ ਤੁਹਾਡਾ ਸਿੱਧਾ ਪੇਚਾ ਕਿਉਂ ਪੈ ਜਾਂਦਾ? ਉਹ ਕਹਿੰਦਾ ਵੀ ਜਦੋਂ ਮੇਰੀ ਸਰਕਾਰ ਬਣਦੀ ਹੈ, ਪਹਿਲਾ ਕੰਮ ਗਿੱਦੜਵਾਹੇ ਤੋਂ ਸ਼ੁਰੂ ਕਰਨਾ, ਪਹਿਲਾ ਪਰਚਾ ਵੜਿੰਗ ਤੇ ਦੇਣਾ। ਸਰਕਾਰ ਬਣੂਗੀ ਤਾਂ ਦੇਗਾ। ਰਾਜੇ ਵੜਿੰਗ ਨੂੰ ਜਿਹਨੇ ਆਹ ਗੱਲ ਕਹੀ ਆ, ਉਹ ਕਿਤੇ ਹੋਣ ਚ ਆਇਆ ਹੀ ਨਹੀਂ। ਐਵੇਂ ਮੁਗੇਰੀ ਲਾਲ ਦੇ ਹਸੀਨ ਸੁਪਨੇ। ਉਹ ਤਾਂ ਕਹਿੰਦਾ ਮੈਂ 80 ਸੀਟਾਂ ਲੈ ਜਾਵਾਂਗਾ, ਉਹ ਤਾਂ ਕਹਿੰਦਾ 25 ਸਾਲ ਮੇਰਾ ਰਾਜ ਰਹੇਗਾ, ਉਹ ਤਾਂ ਕਹਿੰਦਾ ਮੈਂ ਪਾਣੀ ਦੇ ਵਿੱਚ ਬੱਸ ਚਲਾਵਾਂਗਾ। ਸੁਖਬੀਰ ਸਿੰਘ ਬਾਦਲ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਕੀ ਕਹਿ ਜਾਂਦੇ। ਕਈ ਵਾਰੀ ਖਾਦੀ ਪੀਤੀ ਦੇ ਵਿੱਚ ਇੱਧਰ ਉੱਧਰ ਕਾਫੀ ਕੁਛ ਕਹਿ ਜਾਂਦਾ। 60 ਸਾਲ ਦਾ ਬੰਦਾ, ਕਦੇ ਮੈਂ ਕਹਿ ਦੂੰਗਾ ਡਾਇਰੀ ਕਿੱਥੇ ਹੈ, ਲਿਆਓ ਡਾਇਰੀ, ਮੇਰੀ ਲਾਲ ਡਾਇਰੀ ਕਿੱਥੇ ਹੈ, ਇਹਨੂੰ ਮੈਂ ਸਬਕ ਸਿਖਾਵਾਂਗਾ, ਮੈਂ ਚੱਕ ਦੂੰਗਾ, ਧਰ ਦੂੰਗਾ, ਇਹਨੂੰ ਠੋਕ ਦਿਆਂਗੇ। ਪਰ ਸੁਖਬੀਰ ਬਾਦਲ ਕਹਿੰਦੇ ਅਸੀਂ ਤਾਂ ਮਾਝੇ ਦੇ ਵਿੱਚ ਮਾਝੇ ਦਾ ਜਰਨੈਲ ਵਿਕਰਮ ਮਜੀਠੀਆ ਨੂੰ ਜਿਤਾਉਣਾ। ਮਾਝੇ ਦਾ ਜਰਨੈਲ ਤਾਂ ਹੈ ਹੀ, ਹੁਣੇ ਕਹਿਣ ਲੱਗੇ ਜਦੋਂ ਦਾ ਸੁਪਰੀਮ ਕੋਰਟ ਨੇ ਥੋੜੀ ਰਾਹਤ ਦਿੱਤੀ, ਜਰਨੈਲ ਤਾਂ ਹਿੱਕ ਚ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਅੱਧੀ ਰਾਤ ਦਾ ਸਮਾਂ, 1 ਵੱਜ ਚੁੱਕਿਆ। ਅਸੀਂ ਪਹੁੰਚੇ ਹਾਂ ਗਿੱਦੜਵਾਹਾ। ਸਵੇਰ ਤੋਂ ਗਿੱਦੜਵਾਹੇ ਦੇ ਵਿੱਚ ਘੁੰਮ ਰਹੇ ਸੀ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਰਾਂ ਨਾਲ ਗੱਲਬਾਤ ਕਰਦੇ ਆ। ਵੜਿੰਗ ਸਾਹਿਬ, ਕੀ ਹਾਲ ਹੈ ਜੀ? ਬਹੁਤ ਚੰਗੇ। 1 ਵਜੇ ਕੀ ਹਾਲ ਹੋ ਸਕਦਾ? ਚੰਗਾ ਹੈ, ਬਹੁਤ ਵਧੀਆ। ਕੰਪੇਨ ਅੱਧੀ ਰਾਤ ਤੱਕ ਚੱਲਦੀ ਹੈ ਤੁਹਾਡੀ, ਪਿੰਡਾਂ 'ਚ ਲਗਾਤਾਰ ਲੋਕਾਂ ਦੀਆਂ ਮੀਟਿੰਗਾਂ, ਸੰਪਰਕ, ਇੰਨਾ ਜ਼ੋਰ ਲਾਉਣਾ ਹੀ ਪੈਂਦਾ ਜੀ, ਇੰਨਾ ਜ਼ੋਰ। ਇਸ ਵਾਰੀ ਹੋਰ ਜ਼ੋਰ ਲਾਉਣਾ ਪੈ ਰਿਹਾ ਕਿਉਂਕਿ ਵਿਰੋਧੀ ਬਹੁਤ ਪੰਜਾਬ ਤੋਂ ਸਾਰੀਆਂ ਫੋਰਸਿਸ ਇੱਥੇ ਲਾ ਦਿੱਤੀਆਂ। ਸੁਖਬੀਰ ਸਿੰਘ ਬਾਦਲ, ਹੋਰ ਕਈ ਅਨੇਕਾਂ ਬਾਦਲ, ਜਿਨ੍ਹਾਂ ਨੂੰ ਲੱਗਦਾ ਕਿ ਇਸ ਮੁੰਡੇ ਨੂੰ ਹਰਾਉਣਾ ਬੜਾ ਜ਼ਰੂਰੀ ਹੈ, ਉਹ ਸਾਰੇ ਮਗਰ ਪਏ ਵੇ। ਸੋ ਇਸ ਕਰਕੇ ਫਿਰ ਇਕੱਲੇ ਜਾਣੇ, ਇਕੱਲੇ ਹੋਣ ਕਰਕੇ ਫਿਰ ਲੇਟ ਤੱਕ ਕੈਂਪੇਨ ਕਰਨੀ ਪੈਂਦੀ ਹੈ, ਜਾਣਾ ਪੈਂਦਾ ਲੋਕਾਂ ਕੋਲੇ। ਤੁਸੀਂ ਉਹਨਾਂ ਦੀਆਂ ਬੱਸਾਂ ਦੇ ਮਗਰ ਪੈ ਰਹੇ, ਉਹ ਹੁਣ ਤੁਹਾਡੇ ਮਗਰ ਪੈਣ ਨੂੰ ਫਿਰਦੇ ਨੇ। ਹਾਂਜੀ, ਮੈਂ ਤਾਂ ਖੈਰ ਉਹਨਾਂ ਦੀਆਂ ਬੱਸਾਂ ਦੇ ਮਗਰ ਨਹੀਂ ਪਿਆ। ਮੈਂ ਤਾਂ ਉਹ ਕੀਤਾ ਜੋ ਪੰਜਾਬ ਦੀ ਜਨਤਾ ਦੀ ਮੰਗ ਸੀਗੀ, ਕਿਉਂਕਿ ਉਹਨਾਂ ਨੇ ਪਿਛਲੇ ਕਈ ਸਾਲਾਂ 'ਚ ਪੰਜਾਬ ਨੂੰ ਕੰਗਾਲ ਕਰਤਾ। ਸਾਰੇ ਮਾਫੀਆਜ਼ ਉਹਨਾਂ ਦੇ ਸਮੇਂ ਉਜਾਗਰ ਹੋਏ, ਲੇਕਿਨ ਟਰਾਂਸਪੋਰਟ ਮਾਫੀਆ ਦਾ ਸਿੱਧਾ ਲਿੰਕ ਬਾਦਲ ਪਰਿਵਾਰ ਨਾਲ ਜੁੜਦਾ ਸੀ। ਦੂਜੇ ਤਾਂ ਮਾਫੀਆ ਸਿੱਧੇ ਤੌਰ ਤੇ ਨਹੀਂ ਜੁੜਦੇ ਸਨ, ਅਸਿੱਧੇ ਤੌਰ ਤੇ ਜੁੜਦੇ ਸਨ। ਇਹ ਸਿੱਧੇ ਤੌਰ ਤੇ ਉਹਨਾਂ ਨਾਲ ਜੁੜਦਾ ਸੀ। ਸੋ ਜਿਹੜਾ ਕੰਮ ਮੈਨੂੰ ਸੌਂਪਿਆ ਗਿਆ, ਲੋਕਾਂ ਦੀ ਉਮੀਦ ਸੀ, ਸਮਾਂ ਬਹੁਤ ਘੱਟ ਸੀ। ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀ ਮੈਂ ਸੌਂ ਚੁੱਕੀ ਸੀ ਜਦੋਂ ਮੈਂ ਮੰਤਰੀ ਬਣਿਆ, ਉਹਨੂੰ ਆਪਦੇ ਜ਼ਿਹਨ 'ਚ ਰੱਖ ਕੇ ਮੈਂ ਕੰਮ ਕੀਤਾ। ਕੋਈ ਨਜਾਇਜ਼ ਨਹੀਂ ਕੀਤਾ। ਉਹਦੇ 'ਚ ਬਾਦਲਾਂ ਦੀਆਂ ਬੱਸਾਂ ਵੀ ਆ ਗਈਆਂ। ਸੋ ਬਾਦਲ ਪਰਿਵਾਰ ਇਹ ਸੋਚਦਾ ਕਿ ਸਾਡੀ ਬੱਸ ਕਿਸ ਵਿਅਕਤੀ ਨੇ ਫੜ ਲਈ, ਇਹ ਐਸਾ ਕੌਣ ਵਿਅਕਤੀ ਹੋ ਸਕਦਾ ਹੈ
ਸੋ ਹੁਣ ਉਹਨਾਂ ਨੂੰ ਲੱਗਦਾ ਹੈ ਵੀ ਕੁਛ ਵੀ ਹੋ ਜੇ, ਇਹਦੇ ਨਾਲ ਤਾਂ ਲੜਾਈ ਅਸੀਂ ਦੱਬ ਕੇ ਲੜਨੀ। ਤੋ ਮੈਨੂੰ ਵੀ ਸਵਾਦ ਆਉਂਦਾ ਹੈ। ਸੱਚੇ ਪਾਤਸ਼ਾਹ ਨੇ ਹਮੇਸ਼ਾ ਬਲ ਦਿੱਤਾ ਹੈ, ਔਰ ਖਾਸ ਕਰਕੇ ਗਿੱਦੜਬਾਹ ਦੇ ਲੋਕਾਂ ਨੇ। ਜਦੋਂ ਜਦੋਂ ਫਿਰ ਇਸ ਤਰ੍ਹਾਂ ਦੀ ਲੜਾਈ ਬਣੀ ਹੈ, ਉਦੋਂ ਫਿਰ ਮੇਰੇ ਗਿੱਦੜਬਾਹ ਦੇ ਲੋਕਾਂ ਨੇ, ਮੇਰੀਆਂ ਮਾਵਾਂ ਤੇ ਭਰਾਵਾਂ ਤੇ ਨੌਜਵਾਨਾਂ ਨੇ ਫਿਰ ਮੇਰਾ ਡਟ ਕੇ ਸਾਥ ਦਿੱਤਾ ਹੈ। ਔਰ ਅੱਜ 2012 ਵਾਲਾ ਮਾਹੌਲ ਬਣਿਆ ਹੋਇਆ। ਬੇਸ਼ੱਕ ਉਹਨਾਂ ਦਾ ਖੌਫ, ਬੇਸ਼ੱਕ ਉਹਨਾਂ ਦੀ ਤਾਕਤ ਬਾਦਲ ਪਰਿਵਾਰ ਦੀ, ਪਰ ਮੈਨੂੰ ਲੱਗਦਾ ਕਿ ਗਿੱਦੜਬਾਹ ਦੇ ਲੋਕ ਸਾਰੀ ਉਸ ਤਾਕਤ ਨੂੰ ਹਨੇਰੀ ਵਾਂਗ ਉਡਾ ਕੇ ਲੈ ਜਾਣਗੇ। ਬੈਂਕ ਸਾਹਿਬ, ਅਸੀਂ ਤੁਹਾਡੇ ਕਈ ਜਲਸਿਆਂ ਨੂੰ, ਰੈਲੀਆਂ ਨੂੰ ਹੁਣ ਕਵਰ ਕਰਕੇ ਆਏ ਹਾਂ, ਦੇਖਿਆ ਸਟੇਜ ਤੋਂ ਹੀ ਬੜੇ ਤੁਹਾਡੇ ਜਿਹੜੇ ਭਾਸ਼ਣ ਨੇ, ਜਿੱਥੇ ਉਹ ਲੋਕਾਂ ਨੂੰ ਟੁੰਬਦੇ ਜੇ ਦਿਖੇ ਸਾਨੂੰ। ਅਸੀਂ ਖੁੱਲੀਆਂ ਜਿਹੀਆਂ ਗੱਲਾਂ ਕਰਨ ਵਾਸਤੇ ਰਾਤ ਨੂੰ ਬੈਠੇ 1 ਵਜੇ ਤੁਹਾਡੇ ਨਾਲ, ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਪਰ ਦੱਬਦਾ ਕਿੱਥੇ ਹੈ। ਸਟੇਜ ਤੇ ਤੁਹਾਡਾ ਲਗਾਤਾਰ ਇਹ ਭਾਸ਼ਣ ਦੇ ਵਿੱਚ ਬੜਾ ਤਿੱਖਾ ਜਿਹਾ ਗਾਣਾ ਰਹਿੰਦਾ ਹੈ। ਦੇਖੋ ਬ੍ਰਦਰ, ਦੱਬਣਾ ਤਾਂ ਚਾਹੀਦਾ ਹੀ ਨਹੀਂ ਕਿਸੇ ਨੂੰ। ਮੇਰੀ ਮਾਂ ਨੇ ਮੈਨੂੰ ਦੱਬਣ ਵਾਸਤੇ ਤਾਂ ਪੈਦਾ ਹੀ ਨਹੀਂ ਕੀਤਾ। ਮੈਂ ਤੁਹਾਨੂੰ ਸਟੇਜ ਤੇ ਵੀ ਇਹ ਕਿਹਾ, ਮਰ ਸਕਦਾ ਰਾਜਾ ਵੜਿੰਗ, ਦੱਬ ਨਹੀਂ ਸਕਦਾ। ਜਿਹਦੇ ਪਿੱਛੇ ਇੰਨੇ ਲੋਕਾਂ ਦਾ ਆਸ਼ੀਰਵਾਦ ਹੋ ਜੇ, ਉਹ ਫਿਰ ਦੱਬ ਜੇ, ਮੈਂ ਸਮਝਦਾ ਕਿ ਉਹ ਮਰਦ ਦਾ ਬੱਚਾ ਹੀ ਨਹੀਂ ਹੈ। ਸੋ ਮਰਦ ਦੇ ਬੱਚੇ ਦਾ ਦੱਬਣ ਦਾ ਕੰਮ ਨਹੀਂ ਹੈ। ਸੋ ਦਬਾ ਨਹੀਂ ਕੋਈ ਮੈਨੂੰ ਸਕਦੇ, ਬਿਲਕੁਲ ਨਹੀਂ, ਕਦੇ ਵੀ ਨਹੀਂ। ਬਾਦਲਾਂ ਦਾ ਪੂਰਾ ਜ਼ੋਰ ਲੱਗਿਆ। ਬੜਿੰਗ ਸਾਹਿਬ, ਅਸੀਂ ਕਈ ਪਿੰਡਾਂ 'ਚ ਗੇੜੀ ਮਾਰੀ। ਅੱਜ ਸਵੇਰ ਤੋਂ ਤੁਹਾਡੇ ਹਲਕੇ ਦੇ ਵਿੱਚ ਸਾਡਾ ਗੇੜਾ ਸੀ, ਕਿਉਂਕਿ ਅਸੀਂ ਗਰਾਊਂਡ ਜ਼ੀਰੋ 'ਤੇ ਜਾਂਦੇ ਹਾਂ। ਇਹ ਵੀ ਦੇਖਣ 'ਚ ਆਇਆ, ਜਿੱਥੇ ਬਾਦਲ ਤੁਹਾਨੂੰ ਹਰਾਉਣ ਲੱਗੇ ਨੇ, ਉੱਥੇ ਤੁਹਾਡੇ ਬਾਦਲ ਵੀ ਤੁਹਾਨੂੰ ਹਰਾਉਣ 'ਚ ਲੱਗੇ ਹੋਏ ਨੇ। ਚਲੋ ਛੱਡੋ ਜੀ, ਪ੍ਰਮਾਤਮਾ। ਕਈ ਪਿੰਡਾਂ ਦੇ ਅਸੀਂ ਗੱਲ ਕਰੀਏ, ਕੋਠੇ, ਭੂੰਦੜ, ਮਤਲਬ ਅਸੀਂ ਉੱਥੇ ਦੇਖਿਆ ਵੀ ਤੁਹਾਡੇ ਬੰਦੇ ਹੀ ਅਕਾਲੀ ਦਲ ਜੁਆਇਨ ਕਰਾਏ ਜਾ ਰਹੇ ਨੇ, ਜਿਹੜੇ ਕਿ ਮਨਪ੍ਰੀਤ ਬਾਦਲ ਦੇ ਬੜੇ ਨਜ਼ਦੀਕੀ ਬੰਦੇ ਮੰਨੇ ਜਾਂਦੇ ਨੇ। ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਕਾਫੀ ਧੜਾ ਸੀ, ਮਤਲਬ ਉਹ ਅਕਾਲੀ ਦਲ ਉਹਨਾਂ ਦੇ ਬੰਦੇ। ਚਰਚਾ ਇਹ ਵੀ ਚੱਲਦੀ ਆ ਉਸ ਗਿਲਿਆਰਿਆਂ ਦੇ ਵਿੱਚ ਕਿ ਮਨਪ੍ਰੀਤ ਬਾਦਲ ਨਾਲ ਤੁਹਾਡਾ 36 ਦਾ ਅੰਕੜਾ ਜਿਹਾ ਹੋ ਗਿਆ ਕਿਤੇ। ਹਾਂਜੀ, ਇਹ ਗੱਲ ਸੱਚ ਹੈ ਕਿ ਮਨਪ੍ਰੀਤ ਸਿੰਘ ਬਾਦਲ ਨਾਲ 36 ਦਾ ਅੰਕੜਾ ਹੈ, ਬਟ ਇਹ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੁਝ ਹੋਏਗਾ। ਪਰ ਇਹ ਵੀ ਗੱਲ ਸੱਚ ਹੈ ਕਿ ਜਿੰਨੇ ਬੰਦੇ ਜਾ ਰਹੇ ਨੇ, ਜਿਵੇਂ ਤੁਸੀਂ ਕਿਹਾ ਭੁੰਦੜ, ਕੋਟ ਭਾਈ, ਕੋਠੇ, ਹਿੰਮਤਪੁਰਾ, ਇੱਥੇ ਕੁਝ ਮਨਪ੍ਰੀਤ ਸਿੰਘ ਬਾਦਲ ਜੀ ਹੋਰਾਂ ਦੇ ਬਹੁਤ ਹੀ ਨਜ਼ਦੀਕੀ ਸਾਥੀ, ਬਹੁਤ ਹੀ ਨਜ਼ਦੀਕੀ, ਜਿਨ੍ਹਾਂ ਨੂੰ ਹਿੱਕ ਦਾ ਵਾਲ ਕਿਹਾ ਜਾਂਦਾ, ਉਹ ਪਾਰਟੀ ਛੱਡ ਗਏ ਨੇ। ਉਹ ਇੱਥੇ ਤਾਂ ਅਕਾਲੀ ਦਲ ਦੇ ਨਾਲ ਚਲੇ ਗਏ, ਲੇਕਿਨ ਬਠਿੰਡੇ ਜਾ ਕੇ ਉਹ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕਰਦੇ ਨੇ। ਸੋ ਇਸ ਤਰ੍ਹਾਂ ਦਾ ਸਿਨੈਰੀਓ, ਜਿਹੜਾ ਮਾਹੌਲ ਹੈਗਾ, ਉਹ ਹੈਗਾ। ਕਿਉਂਕਿ ਇਹਦੇ 'ਚ ਮੈਂ ਤੁਹਾਨੂੰ ਐਵੇਂ ਕੋਈ ਗੱਲ ਛੁਪਾਵਾਂ, ਉਹ ਗੱਲ ਚੰਗੀ ਨਹੀਂ ਹੈ। ਤੁਸੀਂ ਗਿੱਦੜਬਾਹ ਦਾ ਹਰ ਵਿਅਕਤੀ ਇਹ ਗੱਲ ਕਹਿ ਰਿਹਾ। ਸੋ ਉਹ ਇੱਥੇ ਅਕਾਲੀ ਦਲ 'ਚ, ਪਤਾ ਨਹੀਂ ਹੁਣ ਇਹ ਕੀ ਗੰਢ ਸੰਡ ਹੈ, ਕੀ ਇਹਦੇ ਪਿੱਛੇ ਹੈ, ਲੇਕਿਨ ਉਹ ਉੱਥੇ ਮਨਪ੍ਰੀਤ ਬਾਦਲ ਜੀ ਦੀ ਮਦਦ ਕਰਨ ਜਾਂਦੇ ਨੇ। ਇੱਥੇ ਮਨਪ੍ਰੀਤ ਬਾਦਲ ਇੱਥੇ ਅਕਾਲੀ ਦਲ ਦੇ ਨਾਲ ਉਹ ਜੁਆਇਨ ਕਰ ਗਏ ਨੇ। ਤਾਂ ਹੀ ਉਹ ਅਸੀਂ ਕਹਿ ਰਹੇ ਹਾਂ ਵੀ ਬਾਦਲ ਤੇ ਬਾਹਰਲੇ ਬਾਦਲ ਤੇ ਤੁਹਾਡੇ ਬਾਦਲਾਂ ਨਾਲ ਹੀ ਤੁਹਾਡਾ ਮੁਕਾਬਲਾ ਜਾਂ ਅੰਦਰ ਚੱਲੀ ਜਾਂਦਾ ਹੈ। ਹਾਂਜੀ, ਅੱਖਾਂ 'ਚ ਤਾਂ ਮੈਂ ਰੜਕਦਾ ਹੀ ਹਾਂ। ਕੁਝ ਆਪਦੇ ਬਾਦਲ ਵਾਲਿਆਂ ਦੇ, ਕੁਝ ਉਹਨਾਂ ਦੇ, ਉਹਨਾਂ ਨੂੰ ਇਹ ਲੱਗਦਾ ਕਿ ਇਹਨੂੰ ਕਿਵੇਂ ਨਾ ਕਿਵੇਂ ਰੋਕੋ। ਇਹ ਕੱਲ ਨੂੰ ਸਾਡੇ ਵਾਸਤੇ ਚੈਲੰਜ ਹੋ ਸਕਦਾ ਹੈ, ਕੱਲ ਨੂੰ ਇਹ ਸਾਡੇ ਵਾਸਤੇ ਚੁਣੌਤੀ ਹੋ ਸਕਦਾ ਹੈ। ਇਹ ਬਾਦਲ ਪਰਿਵਾਰ ਇਹ ਗੱਲ ਨੂੰ, ਇਸ ਗੱਲ ਨੂੰ ਉਹਨਾਂ ਦੇ ਜ਼ਹਿਨ 'ਚ ਹੈਗੀ ਇਹ ਗੱਲ। ਸੋ ਜਿਸ ਬੰਦੇ ਤੋਂ ਫਿਰ ਚੁਣੌਤੀ ਹੋਵੇ, ਜਿਸ ਬੰਦੇ ਤੋਂ ਕੋਈ ਡਰ ਹੋਵੇ, ਉਹਨੂੰ ਫਿਰ ਰੋਕਣ ਦਾ ਬੰਦਾ ਹਰ ਸੰਭਵ ਕਦਮ ਚੱਕਦਾ ਹੈ। ਉਹ ਚੱਕ ਰਹੇ ਨੇ, ਉਹਨਾਂ ਦਾ ਫਰਜ਼ ਵੀ ਬਣਦਾ ਚੱਕਣ ਦਾ। ਕਹਾਣੀ ਕੀ ਹੈ? ਬਾਦਲਾਂ ਨਾਲ ਬਾਦਲਾਂ ਦਾ ਸਮਝੌਤਾ ਤਾਂ ਨਹੀਂ ਹੋ ਗਿਆ? ਇਹ ਤਾਂ ਜੀ ਹੁਣ ਮੈਂ ਕਵਾਂਗਾ ਤਾਂ ਫਿਰ ਬਹੁਤ ਵੱਡੀ ਗੱਲ ਹੋ ਜਾਏਗੀ ਇਹ, ਕਿਉਂਕਿ ਲੋਕ ਕਹਿਣਗੇ ਰਾਜਾ ਵੜਿੰਗ ਦੀ ਬਣਦੀ ਨਹੀਂ ਹੈ, ਸ਼ਾਇਦ ਤਾਂ ਕਹਿੰਦਾ। ਤੁਹਾਨੂੰ ਜ਼ਿਆਦਾ ਪਤਾ ਹੋ ਸਕਦਾ, ਜਾਂ ਪੰਜਾਬ ਦੀ ਜਨਤਾ ਨੂੰ ਜ਼ਿਆਦਾ ਪਤਾ ਹੋ ਸਕਦਾ। ਲੋਕ ਕਹਿੰਦੇ ਆ, ਅਸੀਂ ਕਈ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ, ਜਿਹੜੇ ਕਿ ਆਮ ਨੇ, ਕੋਈ ਖਾਸ ਨਹੀਂ, ਉਹ ਕਹਿੰਦੇ ਆ ਵੀ
ਵੜਿੰਗ ਨੂੰ ਹਰਾਉਣਾ ਊਂ ਤਾਂ ਸੌਖਾ ਨਹੀਂ, ਪਰ ਕਾਂਗਰਸ ਦੇ ਵਿੱਚ ਇਹੋ ਜਿਹੇ ਚਿਹਰੇ ਵੀ ਨੇ ਜਿਹੜੇ ਕਿ ਅਕਾਲੀ ਦਲ 'ਚੋਂ ਆਏ ਹੋਏ ਨੇ, ਉਹ ਹਰਾਉਣ ਲਈ ਜ਼ੋਰ ਲਾ ਰਹੇ ਨੇ। ਇੱਕ ਪਿੰਡ ਦੇ ਬਜ਼ੁਰਗਾਂ ਨੇ ਸਾਡੇ ਨਾਲ ਗੱਲ ਕੀਤੀ। ਬਿਲਕੁਲ ਇੱਦਾਂ ਦੀ ਕਹਾਣੀ ਮੈਨੂੰ ਵੀ ਲੱਗ ਰਿਹਾ, ਮੈਂ ਵੀ ਉਹਦੀ ਘੋਖ ਪੜਤਾਲ ਕਰ ਰਿਹਾ, ਪਰ ਜਿਹੜੇ ਹੁਣ ਹਾਲਾਤ ਬਣਦੇ ਜਾ ਰਹੇ ਆ ਉਹਦੇ 'ਚ ਮੈਨੂੰ ਵੀ ਜੋ ਤੁਸੀਂ ਕਹਿ ਰਹੇ ਹੋ ਇਹ ਕਾਫੀ ਗੱਲ ਮੈਨੂੰ ਹੁਣ ਲੱਗਣ ਲੱਗ ਪਈ ਹੈ ਕਿ ਇੱਦਾਂ ਹੋ ਰਿਹਾ ਹੈ। ਪਰ ਜਿਹੜੇ ਲੋਕ ਹਰਾਉਣ ਦੀ ਮੈਨੂੰ ਕੋਸ਼ਿਸ਼ ਕਰਦੇ ਆ, ਮੈਂ ਉਹਨਾਂ ਨਾਲ ਵੀ ਲੜਿਆ ਹੋਇਆ। ਪਹਿਲਾ ਜ਼ਿੰਦਗੀ ਦਾ ਮੁਕਾਬਲਾ ਉਹਨਾਂ ਨਾਲ ਹੀ ਸੀ, ਟੈਰਰ ਹੁੰਦਾ ਸੀ। ਜਿਵੇਂ ਚੰਨੀ ਸਾਹਿਬ ਕਹਿੰਦੇ ਜੀ, ਕਿਆ ਗੱਲ ਕਰਦੀ ਤੁਸੀਂ, ਕੀ ਗੱਲ ਕਰਦੇ ਹੋ ਯਾਰ, ਕਹਿੰਦਾ ਤੁਸੀਂ। ਬਿਲਕੁਲ ਚੰਨੀ ਸਾਹਿਬ ਦੇ ਵੀ ਮਨਪ੍ਰੀਤ ਬਾਦਲ ਬੜੇ ਨਜ਼ਦੀਕੀ ਮੰਨੇ ਜਾਂਦੇ ਨੇ, ਤੁਸੀਂ ਗੱਲ ਕੀਤੀ ਚੰਨੀ ਸਾਹਿਬ ਨਾਲ? ਨਾ, ਮੈਂ ਕਿਸੇ ਗੱਲ ਨਹੀਂ ਕੀਤੀ। ਕਮਜ਼ੋਰ ਬੰਦਾ ਕਿਸੇ ਨਾਲ ਗੱਲ ਕਰਦਾ ਯਾਰ, ਰਾਜਾ ਵੜਿੰਗ ਨਹੀਂ ਕਰਦਾ ਨਾ। ਮੈਨੂੰ ਗਿੱਦੜਬਾਹ ਦੇ ਲੋਕਾਂ ਤੇ ਮਾਣ ਹੈ ਯਾਰ। ਮੈਨੂੰ ਜਦੋਂ ਜਿੰਨਾ ਬਾਦਲ ਵਾਲੇ ਮੇਰੀ ਪਿੱਠ ਲਵਾਉਣਗੇ ਨਾ, ਜਾਂ ਲਵਾਉਣੀ ਚਾਹੁੰਦੇ, ਉਨਾ ਹੀ ਮੈਂ ਤਕੜਾ ਹੋ ਕੇ ਉੱਭਰੂੰਗਾ। ਜਨਤਾ ਬਾਦਲ ਵਾਲਿਆਂ ਤੋਂ ਨਫ਼ਰਤ ਕਰਦੀ ਹੈ ਯਾਰ, ਤੇ ਜਿਹਨੂੰ ਬਾਦਲ ਵਾਲੇ ਦਬਾਉਂਦੇ ਆ, ਤੁਸੀਂ ਦੇਖਿਓ ਕੀ ਹਾਲਾਤ ਹੋਣੇ ਲੰਬੀ ਦੇ ਅੰਦਰ। ਇਹ ਹਾਲਾਤ ਹੋ ਗਏ ਕਿ ਬਾਬੇ ਨੂੰ ਲੜਾਉਣਾ ਪੈ ਗਿਆ, ਤੇ ਅੱਜ ਆਸੇ ਪਾਸੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਵੀ ਬਹੁਤ ਮਾੜੇ ਹਾਲ ਚੱਲ ਰਹੇ ਨੇ। ਸੋ ਜਦੋਂ ਬਾਦਲ ਵਾਲੇ ਕਿਸੇ ਨੂੰ ਦੱਬਣ, ਉਹ ਫਿਰ ਚਮਕਦਾ ਆਪਦੀ ਆਪ। ਜਨਤਾ ਇੰਨੀ ਨਫ਼ਰਤ ਕਰਦੀ ਹੈ। ਤੇ ਗਿੱਦੜਵੇ ਵਾਲੇ ਤਾਂ ਜੁਝਾਰੂ ਲੋਕ ਨੇ, ਇਹ ਤਾਂ ਸੱਤਾ ਸਰਕਾਰ ਦੇ ਖਿਲਾਫ ਖੜੇ ਹੋਣ ਵਾਲੇ ਲੋਕ ਨੇ। ਸੋ ਮੈਂ ਇਹਨਾਂ ਨੂੰ ਬੜਾ ਨਜ਼ਦੀਕੀ ਦੇਖਿਆ। ਜਦੋਂ 2012 'ਚ ਮੈਂ ਗਿਆ, ਲੋਕ ਇਹ ਮੰਨਦੇ ਹੀ ਨਹੀਂ ਸੀ ਕਿ ਰਾਜਾ ਵੜਿੰਗ ਜਿੱਤ ਜਾਏਗਾ। ਮੇਰੇ ਰਿਸ਼ਤੇਦਾਰ ਆਪ ਦੇ ਵੀ ਮਨ 'ਚ ਵਹਿਮ ਸੀ ਮੇਰੇ, ਵੀ ਕਿੱਦਾਂ ਬਣੇਗੀ ਗੱਲ। ਅੱਜ ਤਾਂ ਹਾਲਾਤ ਹੀ ਬੜੇ ਚੰਗੇ ਆ ਸਾਡੇ, ਲੋਕ ਜਾਣਦੇ ਨੇ, ਲੋਕਾਂ ਨੇ ਕੰਮ ਦੇਖੇ ਨੇ, ਲੇਕਿਨ ਲੋਕਾਂ ਨੇ ਕਿਹਾ ਨਹੀਂ ਹਰਾਉਣਾ ਹੈ। ਉਦੋਂ ਵੀ ਬਾਦਲ ਵਾਲੇ ਹਰਾਏ। ਕਈ ਤਾਂ ਅਸੀਂ ਗੱਲਾਂ ਕਰਦੇ ਸੀ, ਉਹ ਕਈ ਵਾਰੀ ਦਰਸ਼ਕ ਦੇਖਣ ਵਾਲੇ ਕਹਿੰਦੇ ਨੇ ਵੀ ਤਾਂ ਅਸੀਂ ਤਾਂ ਗਰਾਊਂਡ ਜ਼ੀਰੋ ਦੀ ਰਿਪੋਰਟ ਲੈ ਕੇ 1 ਵਜੇ ਬੈਠੇ ਹਾਂ ਰਾਤ ਦੇ। ਉਹਦੇ ਵਿੱਚ ਅਸੀਂ ਇਹ ਅੱਜ ਇੱਕ ਤੁਹਾਡਾ ਇੱਥੇ ਕਈ ਵਾਰਡਾਂ ਦੇ ਵਿੱਚ ਸੀਗਾ, ਲੋਕ ਕਹਿੰਦੇ ਆ ਵੀ ਸਾਡੇ ਵਾਲਾ ਹਰ ਨਹੀਂ ਦੇਣਾ, ਪਰ ਵਿਰੋਧੀ ਕਹਿੰਦੇ ਆ ਤੁਹਾਡੇ ਵਾਲਾ ਹਰਾਉਣਾ ਹੈ। ਬਸ ਤੁਸੀਂ ਦੇਖ ਲਓ, ਜਦੋਂ ਲੋਕ ਇਹ ਕਹਿਣ ਲੱਗ ਪੈਣ, ਮੇਰੀਆਂ ਮਾਵਾਂ ਇਹ ਗੱਲ ਕਹਿਣ ਲੱਗ ਪੈਣ, ਤੁਸੀਂ ਵਾਰਡ ਦੇ ਵਿੱਚ ਇਹ ਵੀ ਵੇਖਿਆ ਹੋਣਾ ਹੈ ਕਿ ਰਾਤ ਦੇ ਸਮੇਂ ਇੰਨੀਆਂ ਬੀਬੀਆਂ ਦਾ ਆਉਣਾ, ਮਾਵਾਂ ਭੈਣਾਂ ਦਾ ਆਉਣਾ, ਇਹ ਆਪਸ ਵਿੱਚ ਇਹ ਉਹਨਾਂ ਦਾ ਪਿਆਰ ਹੈ, ਤਾੜੀਆਂ ਮਾਰ ਰਹੀਆਂ ਸਨ। ਹਾਲਾਂਕਿ ਮੈਂ ਉਹਨਾਂ ਦਾ ਕੀ ਕੀਤਾ ਵਿਚਾਰਿਆਂ ਦਾ। ਤੁਸੀਂ ਤਾਂ ਜਾਮਲੇ ਜੱਟ ਦੇ ਬੜੇ ਗਾਣੇ ਸੁਣਾਏ ਅੱਜ ਉਹਨਾਂ ਨੂੰ। ਹਾਂ, ਬਸ ਮੇਰਾ ਜੀ ਲੱਗ ਜਾਂਦਾ ਉਹਨਾਂ 'ਚ ਜਾ ਕੇ ਯਾਰ। ਮੈਨੂੰ ਸੱਚ ਜਾਣਿਓ, ਲੋਕ ਇਸ ਗੱਲ ਨੂੰ ਕਹਿਣਗੇ ਕਿ ਰਾਜਾ ਵੜਿੰਗ, ਮੈਨੂੰ ਇਉਂ ਲੱਗਦਾ ਕਿ ਜਿਵੇਂ ਮੇਰੀ ਮਾਂ ਮੈਨੂੰ ਕੁੱਟ ਕੇ ਜੱਫੀ ਪਾ ਲੈਂਦੀ ਨਾ, ਇੰਨਾ ਪਿਆਰ ਕਰਦੇ ਨੇ। ਤੁਸੀਂ ਦੇਖਿਆ ਹੋਣਾ, ਮਾਵਾਂ, ਨਿੱਕੇ ਨਿੱਕੇ ਜਵਾਕ, ਬੱਚੇ ਚੀਕਾਂ ਮਾਰਦੇ ਤੁਹਾਡੇ। ਕਹਿੰਦੇ ਗਿੱਦੜਵਾਹੇ ਦਾ ਸਟਾਰ ਆ ਸਾਡਾ, ਕਹਿੰਦੇ ਅਮਿਤਾਭ ਬੱਚਨ ਵਾਂਗੂ ਐਕਟਿੰਗ ਕਰਦਾ ਹੈ, ਰੌਣਕ ਵੀ ਲਾ ਲੈਂਦਾ ਹੈ। ਮਤਲਬ ਕਈ ਅਸੀਂ ਨਾ ਅੱਜ ਅਸੀਂ ਤੁਹਾਡੀ ਪੋਲੀਟੀਕਲ ਇੰਟਰਵਿਊ ਦੇ ਚੱਕਰ 'ਚ ਨਹੀਂ ਸੀਗੇ, ਅੱਜ ਅਸੀਂ ਤੁਹਾਡੀ ਸੋਸ਼ਲ ਇੰਟਰਵਿਊ ਦੇਖਣਾ ਚਾਹੁੰਦੇ ਵੀ ਲੋਕ ਤੁਹਾਨੂੰ ਦੇਖੋ। ਕਈ ਕਮੀਆਂ ਵੀ ਤੁਹਾਡੀਆਂ ਗਿਣਾਵਾਂਗੇ ਅਸੀਂ ਅੱਗੇ ਜਾ ਕੇ ਥੋੜ੍ਹੀਆਂ ਜਿਹੀਆਂ, ਤੇ ਪਰ ਜਿਹੜੇ ਬੱਚੇ ਦੇ ਮੂੰਹ ਦੇ ਉੱਤੇ ਜਦੋਂ ਵੜਿੰਗ ਜਾਂਦਾ ਹੈ, ਉਹਨੂੰ ਉਹ ਕਹਿੰਦੇ ਸਾਡਾ ਤਾਂ ਅਮਿਤਾਭ ਬੱਚਨ ਜਾਂਦਾ ਇਹ। ਮਤਲਬ ਤੁਸੀਂ ਉਹੀ ਗਾਣੇ ਜੇ ਸਟੇਜ ਦੇ ਉੱਤੇ ਕੀ ਮਾਨਸ਼ਾਹ ਸਾਹਿਬ, ਮੈਂ ਉੱਥੇ ਰਾਜਨੀਤੀ ਕਰ ਨਹੀਂ ਜਾਂਦਾ, ਕਿਉਂਕਿ ਟੋਟਲ ਭਾਸ਼ਣ ਦੇ ਵਿੱਚ ਤੁਹਾਡੀ ਉੱਥੇ ਰਾਜਨੀਤੀ ਦਿਖੀ ਵੀ ਨਹੀਂ ਸਾਨੂੰ। ਬਿਲਕੁਲ ਰਾਜਨੀਤੀ ਕਰਨੀ ਜਾਂਦਾ ਮੈਂ ਉਹਨਾਂ ਨਾਲ। ਮੈਨੂੰ ਉੱਥੇ ਜਾ ਕੇ ਸਾਰੇ ਦਿਨ ਦੀ ਮੇਰੀ ਥਕਾਵਟ ਉਤਰ ਜਾਂਦੀ ਹੈ ਇੱਧਰ ਉੱਧਰ। ਮੈਂ ਉਹਨਾਂ ਨਾਲ ਗੱਲਾਂ ਕਰਨ, ਪਰਿਵਾਰਕ ਹਾਸਾ ਖੇਡਾ। ਨਹੀਂ, ਕੌਣ ਕੈਂਪੇਨਿੰਗ ਦੇ ਵਿੱਚ ਗਾਣੇ ਗਾਉਂਦਾ ਹੈ? ਉਹ ਮੈਂ ਪਰਸੋਂ ਚੌਥੇ ਮੈਨੂੰ ਕਿਸੇ ਨੇ ਕਹਿਤਾ ਗਾਣਾ ਗਾਉਣ ਨੂੰ, ਮੈਂ ਗਾ ਲਿਆ। ਉਸ ਤੋਂ ਬਾਅਦ ਹੁਣ ਹਰ ਸਟੇਜ ਤੇ ਕਹਿੰਦੇ ਭਾਈ ਜੀ ਗਾਣਾ ਸੁਣਾਇਓ। ਸੋ ਮੈਨੂੰ ਵੀ ਥੋੜ੍ਹਾ ਰਿਲੈਕਸ ਫੀਲ ਹੁੰਦਾ ਹੈ ਆਪਦਿਆਂ ਵਿੱਚ ਜਾ ਕੇ ਉਹਨਾਂ ਨਾਲ ਆਪਦੇ, ਕਿਉਂਕਿ ਇਹੋ ਜਿਹਾ ਮਾਹੌਲ ਤੁਸੀਂ ਆਪਦੇ ਪਰਿਵਾਰ ਨਾਲ ਬੈਠ ਕੇ ਕਰ ਸਕਦੇ ਹੋ, ਅਤੇ ਮੈਨੂੰ ਉਹ ਮੇਰਾ ਪਰਿਵਾਰ ਹੀ ਲੱਗਦਾ ਹੈ। ਸੋ ਇਸ ਕਰਕੇ ਉਹਨਾਂ ਨਾਲ ਕੋਈ ਬਹੁਤੀ ਰਾਜਨੀਤੀ ਨਹੀਂ। ਉਹ ਵੀ ਮੇਰੇ ਨਾਲ ਇਮੋਸ਼ਨਲੀ, ਮੇਰੇ ਨਾਲ ਦਿਲੋਂ, ਮੇਰੇ ਨਾਲ ਪਿਆਰ ਨਾਲ, ਉਹ ਮੈਨੂੰ ਆਪਦਾ ਰਾਜਾ ਹੀ ਸਮਝਦੇ। ਤੁਸੀਂ ਦੇਖਿਆ ਹੋਣਾ ਕਈ ਪੈਗ ਪੁੱਗ ਲੱਗੇ ਵਾਲੇ ਵੀ ਜੱਫੀਆਂ ਪਾ ਖਿੱਚ ਇੱਧਰ ਨੂੰ। ਸੋ ਨਿੱਕੇ ਨਿੱਕੇ ਜਵਾਕ, ਨਹੀਂ ਤਾਂ ਨੇੜੇ ਨਹੀਂ ਆਉਂਦਾ ਕੋਈ ਬੰਦਾ। ਸੋ ਉਹਨਾਂ ਨੂੰ ਮੈਂ ਆਪਣਾ ਲੱਗਦਾ ਅਤੇ ਮੈਨੂੰ ਉਹ ਆਪਣੇ ਲੱਗਦੇ। ਮਤਲਬ ਅਸੀਂ ਜਦੋਂ ਲੋਕਾਂ ਦੇ ਵਿੱਚ ਉਸ ਰੈਲੀ ਦੇ ਵਿੱਚੋਂ ਮੈਂ ਬੜਿਆ ਥੋੜ੍ਹਾ ਜਿਹਾ ਗਾਹਾਂ ਜੇ ਜਾ ਕੇ, ਮੈਂ ਇੱਕ ਤੁਹਾਡੀ ਫਾਟਕਾਂ ਦੇ ਕੋਲੇ ਕੋਈ ਰੈਲੀ ਸੀ ਪਿੱਛੇ ਜੇ, ਉਹ ਸਟੇਜ ਦੇ ਉੱਤੇ ਤਾਂ ਤੁਸੀਂ ਕਿਸੇ ਬਜ਼ੁਰਗਾਂ ਬਾਰੇ ਕਹਿ ਰਹੇ ਹੁਣ ਇਹ ਵੀ ਫੋਨ ਰੱਖਣ ਲੱਗ ਗਏ ਬਾਬੇ ਵੀ, ਅਤੇ ਬੇਬੇ ਦਾ ਫੋਨ ਆ ਜਾਂਦਾ ਹੈ। ਮਤਲਬ ਬੜੇ ਇੰਟਰਸਟਿੰਗ ਜੇ ਉਹ ਲੱਗਦੇ ਸੀ, ਸਵਾਦ ਤਾਂ ਉਹ ਲੈ ਰਹੇ ਸੀ, ਪਰ ਉਹ ਵੋਟਾਂ ਪੈਂਦੀਆਂ ਨੇ ਤਾਂ 20 ਤਰੀਕ ਨੂੰ ਪਤਾ ਲੱਗੂ।
हाँ बिल्कुल, मैं तो अक्सर ही कह दिंदा, कई बेबे का फोन वज पैंदा, मैं क्या बेबे इस उम्र च फोन तो अपन नूं लोड़ ही नहीं। तो फिर उन्होंने ना, मैं आपदी नानी नाल भी इहो जिहे मजाक करदा रहना। मामी माँ तो है नहीं सी, फिर नानी ने पालिया पुलिया, तो फिर नानी नाल असीं चौड़ कर लैंदे सी बेबे। तो उवें ही मैनूं सारियां लेडीज़, सारे जिहड़े जिन्ने भी बजुर्ग ने, वो भी तुसीं देखिया, मेरी अक्सर घर वाली प्यार करदे, मेरी अक्सर घर वाली कहंदी है कि मैनूं तो तेरियां पिंड च मावां ही बहुत मिलदियां, क्योंकि कई लोगों ने, मैं तो पुत्त तेरी माँ है, तू चिंता ना करया कर। हालांकि कोई चिंता नहीं होंदी, वो मत्था ते सिर हत्थ ते रखदियां, सिर ते हत्थ रखदियां, ये कहदियां पुत्त चिंता ना करया कर। सो फिर जो बेबे ये गल कहे, उहदियां दवा ये कहंदे है कि एक दुआ होवे 100 बद दुआ चीर दिंदी है। सो उन्हां दुआवां नाल ही तुरिया फिरदा है। ਬੜਿੰਗ ਸਾਹਿਬ ਕਈ ਰੁੱਸੇ ਵੀ ਨੇ ਤੁਹਾਡੇ ਨਾਲ, ਤੁਹਾਡੇ ਹਲਕੇ 'ਚ ਅਸੀਂ ਕਈ, ਪਰ ਉਹ ਰੁੱਸੇ ਲੱਗਦੇ ਨੇ। ਉਹ ਕਹਿੰਦੇ ਵੀ ਇੱਕ ਵਾਰੀ ਤਾਂ ਇਹਨੂੰ ਮੰਜੇ ਤੇ ਬਿਠਾਉਣਾ ਹੈ, ਘਰੇ ਬੁਲਾ ਕੇ। ਹੈਗਾ ਤਾਂ ਗਿੱਦੜਬਾਹੇ ਵਾਲਾ ਹੀ ਹੈ। ਉਹਨਾਂ ਦੇ ਗੁੱਸੇ ਗਿਲੇ ਕਿਵੇਂ ਦੂਰ ਕਰਦੇ ਹੋ? ਆਪਦੇ ਯਾਰ, ਆਪਦਿਆਂ ਨੂੰ ਗੁੱਸੇ ਹੁੰਦੇ ਆ, ਜਾਨਾ ਉਹਨਾਂ ਦੇ ਕੋਲ ਬਹਿ ਜਾਂਦੇ, ਕਈ ਔਖਾ ਵੀ ਬੋਲਦੇ, ਲੜਦੇ ਵੀ। ਇੱਕ ਨੂੰ ਮੈਂ ਕਿਹਾ ਮੈਂ ਚਾਹ ਪੀਣ ਆਉਣਾ, ਕਹਿੰਦੇ ਸਾਡੇ ਤਾਂ ਮੱਝ ਹੀ ਹੈ ਨਹੀਂ। ਅੱਛਾ ਜੀ। ਤੇ ਜਦੋਂ ਮੈਂ ਜਾ ਵੜਿਆ, ਫਿਰ ਮੱਝ ਵੀ ਆ ਗਈ ਤੇ ਦੁੱਧ ਵੀ ਆ ਗਿਆ। ਫਿਰ ਮੈਂ ਕਿਹਾ ਨਹੀਂ ਚਾਹ ਪਿਆ ਦਿਓ, ਕਹਿੰਦੀ ਨਹੀਂ ਦੁੱਧ ਹੀ ਪਿਆਵਾਂਗੇ। ਸੋ ਉਹਨਾਂ ਦੇ ਗਿਲੇ ਜਾਇਜ਼ ਆ ਯਾਰ। ਸਾਰੇ ਕੰਮ ਪੋਲੀਟੀਸ਼ੀਅਨ ਕਈ ਵਾਰੀ ਨਹੀਂ ਹੁੰਦੇ, ਕਈ ਵਾਰੀ ਅਸੀਂ ਵੀ ਅੱਕੇ ਅਕਾਏ ਹੁੰਦੇ ਹਾਂ, ਲੋਕਾਂ ਨੂੰ ਮੂੰਹ ਨਹੀਂ ਬੋਲਦੇ ਐਂਡ ਅਣਦੇਖੀ ਕਰ ਦਿੰਦੇ ਆ ਬੰਦੇ ਦੀ, ਕਿਉਂਕਿ ਭੀੜ ਰਸ਼, ਬੰਦੇ, ਬੋਝ, ਉਹ ਬੰਦਾ ਮਹਿਸੂਸ ਕਰਦਾ ਕਿ ਮੈਂ ਇਹਦੇ ਪਿੱਛੇ ਜਾਣ ਲਈ ਹੈ ਤੇ ਮੈਨੂੰ ਚੱਜ ਨਾਲ ਬੁਲਾਇਆ ਵੀ ਨਹੀਂ। ਉਹਨਾਂ ਦਾ ਗੁੱਸਾ ਜਾਇਜ਼ ਹੁੰਦਾ। ਇਹੀ ਰੰਜ ਜਿਹਾ ਸਾਨੂੰ ਮਹਿਸੂਸ ਹੁੰਦਾ ਸੀ। ਮੈਂ ਸਾਡੇ ਕੈਮਰਾਮੈਨ ਨੂੰ ਕਹਿ ਰਿਹਾ ਸੀ, ਮੈਂ ਕਿਹਾ ਯਾਰ ਇਹਦਾ ਰਿਕਾਰਡ ਤਾਂ ਕਰ। ਨਹੀਂ ਹੈਗਾ ਰੂਸੇ ਹੋ ਜਾਂਦੇ ਆ, ਬਟ ਐਂ ਹੀ ਮੰਨ ਜਾਂਦੇ ਆ ਨਾਲ ਦੀ ਨਾਲ। ਗਿੱਦੜਬਾਹੇ ਵਾਲੇ ਫਿਰ ਮੰਨ ਜਾਣਗੇ ਤੀਜੀ ਵਾਰੀ? ਬਹੁਤ ਪਿਆਰ ਕਰਦੇ, ਬਹੁਤ ਪਿਆਰ ਕਰਦੇ। ਮੈਂ ਦੱਸ ਹੀ ਨਹੀਂ ਸਕਦਾ। ਵਿਰੋਧੀ ਕਹਿੰਦੇ ਆ ਵੀ ਇਸ ਵਾਰੀ ਤਾਂ ਜੋ ਮਰਜ਼ੀ ਹੋ ਜੇ, ਬੜਿੰਗ ਨੂੰ ਸਿੱਧਾ ਕਰਨਾ ਹੀ ਕਰਨਾ। ਲੱਗ ਜੂਗਾ ਪਤਾ 10 ਤਰੀਕ ਨੂੰ। ਨਾਈਆ ਤੇਰੇ ਵਾਲ ਕਿੱਡੇ ਕਿੱਡੇ, ਉਹ ਕਹਿੰਦੇ ਸਾਹਮਣੇ ਆ ਜਾਣਗੇ। ਮੈਂ ਤਾਂ ਜਿੰਨੇ ਇਲੈਕਸ਼ਨ ਲੜੇ, ਉਹ ਕਹਿੰਦੇ ਸੀ ਐਤਕੀ ਸਭ ਸਿਖਾ ਦੇਣਾ, ਐਤਕੀ ਸਭ ਸਿਖਾ ਦੇਣਾ। ਇਹ ਚੌਥਾ ਇਲੈਕਸ਼ਨ ਹੈ। ਮੁਕਾਬਲਾ ਕਿਹਦੇ ਨਾਲ ਹੈ? ਐਕਚੁਅਲੀ ਮਾਨਸ਼ੇਰ ਸਾਹਿਬ, ਮੁਕਾਬਲੇ ਦੀ ਸਮਝ ਨਹੀਂ ਆ ਰਹੀ ਕਿਹਦੇ ਨਾਲ ਹੈ। ਇਹ ਹੋਰ 5-7 ਦਿਨਾਂ ਨੂੰ ਪਿਕਚਰ ਕਲੀਅਰ ਹੋਊਗੀ ਕਿ ਮੁਕਾਬਲਾ ਕਿਹਦੇ ਨਾਲ ਹੈ, ਕਿਉਂਕਿ ਭੰਬਲ ਭੂਸਾ ਜਾ ਪਿਆ ਹੋਇਆ ਹੈ। ਕੋਈ ਉਸ ਗੱਲ ਨੂੰ ਸਮਝ ਨਹੀਂ ਆ ਰਹੀ। ਕੁਝ ਲੋਕਾਂ ਦੇ ਧੱਕੇ ਨਾਲ ਝੰਡੇ ਲਾ ਜਾਂਦੇ ਆ, ਉਹ ਝੰਡੇ ਲਾ ਦਿੰਦੇ ਨੇ। ਕੁਝ ਲੋਕ ਐਸੇ ਲੋਕ ਨੇ, ਉਹ ਕਹਿੰਦੇ ਕਿ ਅਸੀਂ ਤੁਹਾਨੂੰ ਸਹੁੰ ਖਾਂਦੇ ਹਾਂ, ਜਿਨ੍ਹਾਂ ਦੇ ਝੰਡਾ ਲੱਗਿਆ ਸਰੂਪਾ ਪਾਉਂਦੇ, ਅਸੀਂ ਤੁਹਾਨੂੰ ਵੋਟ ਪਾਵਾਂਗੇ, ਸਾਡਾ ਰਿਸ਼ਤੇਦਾਰ ਆ ਗਿਆ, ਸਾਡੀ ਮਜਬੂਰੀ ਬਣ ਗਈ। ਕੁਝ ਲੋਕ ਐਸੇ ਨੇ ਕਿ ਇੱਧਰ ਉੱਧਰ ਦੇ ਲੋਕ ਉਹਨਾਂ ਨੂੰ ਕੰਪੈਲ ਕਰ ਰਹੇ ਨੇ ਵੀ ਤੁਸੀਂ ਫਲਾਨੀ ਪਾਰਟੀ ਜੁਆਇਨ ਕਰੋ, ਤੇ ਉਹ ਵੀ ਆ ਕੇ ਦੱਸ ਜਾਂਦੇ ਕਿ ਚਿੰਤਾ ਨਾ ਕਰੋ, ਹੈ ਤੇਰੇ ਨਾਲ ਹੀ, ਦਿਲੋਂ ਨਾਲ ਹੈ। ਸੋ ਕੋਈ ਐਸੀ ਗੱਲ ਨਹੀਂ ਹੈ। ਮੁਕਾਬਲੇ ਦਾ ਹਜੇ ਮੈਂ ਦੱਸ ਨਹੀਂ ਸਕਦਾ ਕਿ ਮੁਕਾਬਲਾ ਕਿਹਦੇ ਨਾਲ ਹੈ। 5-4 ਦਿਨਾਂ ਨੂੰ ਪਿਕਚਰ ਕਲੀਅਰ ਹੋਗੀ ਕਿ ਮੁਕਾਬਲਾ ਕਿਹਦੇ ਨਾਲ ਹੈ। ਆਮ ਆਦਮੀ ਦਾ ਕਿੰਨਾ ਕੁ ਅਸਰ ਲੱਗ ਰਿਹਾ ਇਸ ਵਾਰੀ ਤੁਹਾਡੇ ਹਲਕੇ ਦੇ? ਦੇਖੋ ਜੀ, ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਲੋਕ ਜ਼ਿਆਦਾ ਅਗਰੈਸਿਵ ਸੀ, ਇਸ ਵਾਰੀ ਨਾਲੋਂ ਜ਼ਿਆਦਾ ਸ਼ੋਰ ਸੀਗਾ, ਖੜਕਾ ਜ਼ਿਆਦਾ ਸੀ। ਇਸ ਵਾਰੀ ਉਹਨਾਂ ਖੜਕਾ ਨਹੀਂ ਹੈ, ਪਤਾ ਨਹੀਂ ਕਿਉਂ। ਜਿੰਨਾ ਪੁਰਾਣਾ ਖੜਕਾ ਸੀਗਾ ਆਮ ਆਦਮੀ ਪਾਰਟੀ ਦਾ, ਜਦੋਂ 100 ਸੀਟ ਦੀ ਗੱਲ ਕਰਦੇ ਸੀ, ਉਹ ਇਸ ਵਾਰੀ ਖੜਕਾ ਮੈਨੂੰ ਲੱਗਦਾ ਨਹੀਂ। ਬਾਕੀ ਤਾਂ ਜਨਤਾ ਕੀ ਕਰਦੀ ਹੈ ਬਾਅਦ 'ਚ ਹੀ ਪਤਾ ਲੱਗੂਗਾ। ਬੜਿੰਗ ਸਾਹਿਬ, ਹੁਣ ਆਉਣੇ ਆਪਾਂ ਸਟੇਟ ਦੀ ਚੀਫ ਮਿਨਿਸਟਰੀ ਵਾਲੇ ਪਾਸੇ। ਚਰਨਜੀਤ ਸਿੰਘ ਚੰਨੀ ਤੇ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਦੇ ਉਧਰਲੇ ਪਾਸੇ ਸੁਖਬੀਰ ਬਾਦਲ ਵੀ ਲਾ ਲਓ, ਕਿਵੇਂ ਦੇਖਦੇ ਹੋ ਇਹਨਾਂ ਦੇ ਕੱਦ ਨੂੰ, ਇਹਨਾਂ ਦੇ ਕਾਰ ਵਿਹਾਰ ਨੂੰ, ਲੋਕਾਂ 'ਚ ਵਿਚਰਨ ਦੇ ਪੰਜਾਬ ਦੇ ਲੋਕਾਂ ਦੀ ਕਿਸ ਤਰ੍ਹਾਂ ਪ੍ਰਭਾਵ ਜਾਊਗਾ? ਦੇਖੋ ਜੀ, ਸਰਦਾਰ ਚਰਨਜੀਤ ਸਿੰਘ ਚੰਨੀ ਨੇ 2.5-3 ਮਹੀਨਿਆਂ ਦੇ ਵਿੱਚ ਆਪਦੀ ਹੋਂਦ ਪੂਰੇ, ਨਾ ਕੇਵਲ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਬਣਾਈ, ਪੂਰੀ ਦੁਨੀਆ ਦੇ ਵਿੱਚ ਬਣਾਈ। ਔਰ ਜਿਨ੍ਹਾਂ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਲੋਕ ਵੇਖ ਚੁੱਕੇ ਆ ਐਜ਼ ਏ ਚੀਫ ਮਿਨਿਸਟਰ, ਐਜ਼ ਏ ਡਿਪਟੀ ਚੀਫ ਮਿਨਿਸਟਰ, ਉਹ ਸੁਪਰ ਚੀਫ ਮਿਨਿਸਟਰ ਸੀਗਾ। ਕਿਉਂਕਿ ਸਰਦਾਰ ਬਾਦਲ ਇਹ ਕਹਿੰਦੇ ਸੀ ਕਿ ਤੁਸੀਂ ਸੁਖਬੀਰ ਨਾਲ ਗੱਲ ਕਰ ਲਓ ਕਾਕਾ ਜੀ, ਹਰ ਮੁੱਦੇ ਤੇ, ਹਰ ਡਿਵੈਲਪਮੈਂਟ ਦੀ ਗੱਲ ਤੇ। ਸੋ ਉਹ ਪਸੰਦ ਨਹੀਂ ਹੈ ਲੋਕਾਂ ਦੀ ਸੁਖਬੀਰ ਸਿੰਘ ਬਾਦਲ। ਜੇ ਪਸੰਦ ਹੋਵੇ ਤਾਂ ਅੱਜ ਜਿਹੜੇ ਹਾਲਾਤ ਜਾਂ CID ਜਾਂ ਲੋਕ ਇਹ ਦੱਸ ਰਹੇ ਨੇ, ਤੁਹਾਡੇ ਵਰਗੇ ਬੁੱਧੀਜੀਵ, ਕਿ ਉਹ ਪੇਚਾ ਉਹੀ 10 ਤੋਂ 13 ਤੱਕ ਅੜਿਆ ਖੜਾ ਹੈ, ਅੱਗੇ ਨਹੀਂ ਉਹ ਤੁਰ ਰਿਹਾ, ਦਿਨ ਬ ਦਿਨ ਘਟ ਰਿਹਾ ਹੈ।
ਸੋ ਮੈਨੂੰ ਨਹੀਂ ਲੱਗਦਾ ਕਿ ਚੰਨੀ ਸਾਹਿਬ ਦਾ ਮੁਕਾਬਲਾ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਜੀ ਨੂੰ ਵੀ ਲੋਕ ਸੁਣਨ ਆਉਂਦੇ ਨੇ, ਮਜ਼ਾਕ ਵੀ ਬਹੁਤ ਚੰਗਾ ਕਰ ਲੈਂਦੇ ਨੇ, ਸ਼ੋਰ ਸ਼ਰਾਬਾ ਵੀ। ਤੁਸੀਂ ਦੇਖਿਆ ਹੋਣਾ ਸ਼ਾਇਦ ਧੂਰੀ ਦੇ ਵਿੱਚ ਹੀ ਉਲਝੇ ਪਏ ਆ ਭਗਵੰਤ ਮਾਨ। ਉੱਤੇ ਗੋਲਡੀ ਨਾਲ ਕਹਿੰਦੇ ਚੰਗਾ ਪੇਚਾ ਪਿਆ ਹੋਇਆ, ਧੂਰੀ ਦੇ ਵਿੱਚ ਹੀ ਉਲਝੇ ਹੋਏ ਨੇ। 4-4 ਦਿਨ ਧੂਰੀ ਚ ਲਾਉਣੇ ਪੈਣ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਹੋਵੇ ਤਾਂ ਤੁਸੀਂ ਸਮਝ ਸਕਦੇ ਹੋ ਵੀ ਕੀ ਗੱਲ ਹੈ। ਉਹ ਵੀ ਠੰਡੇ ਜਿਹੇ ਲੱਗ ਰਹੇ ਨੇ ਕਈ ਦਿਨ। ਹਾਂ, ਠੰਡੇ ਨੇ। ਵਿਜ਼ਨ ਵੀ ਕੋਈ ਨਹੀਂ ਹੈ। ਪੰਜਾਬ ਦੇ ਲੋਕ ਮਾਰਸ਼ਲ ਕੌਮ ਹੈ ਇੱਥੇ ਲੋਕ, ਇਹ ਵਿਜ਼ਨਰੀ ਬੰਦੇ ਨੂੰ ਭਾਲਦੇ ਨੇ ਤੇ ਦਲੇਰ ਬੰਦੇ ਨੂੰ ਭਾਲਦੇ ਨੇ। ਸੋ ਮੈਨੂੰ ਨਾ ਤਾਂ ਕੋਈ ਵਿਜ਼ਨਰੀ ਲੱਗੇ ਭਗਵੰਤ ਜੀ, ਹਾਲਾਂਕਿ ਅੱਛੇ ਇਨਸਾਨ ਨੇ, ਚੰਗੇ ਬੰਦੇ ਨੇ। ਚੰਗੀ ਲਿਹਾਜ਼ ਆ ਕਹਿੰਦੇ। ਹਾਂ, ਬੋਲ ਬਲਈਆ ਵਧੀਆ ਨੇ, ਵਧੀਆ ਬੰਦੇ ਨੇ, ਪਰ ਉਹ ਵਿਜ਼ਨ ਨਹੀਂ ਦੇ ਸਕੇ ਕਿ ਮੈਂ ਪੰਜਾਬ ਨੂੰ ਇੱਦਾਂ ਅੱਗੇ ਲੈ ਕੇ ਜਾਵਾਂਗਾ। ਸੋ ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਤੁਸੀਂ ਵਿਜ਼ਨ ਨਹੀਂ ਦਿਓਗੇ, ਉਹਨਾਂ ਚਿਰ ਪੰਜਾਬ ਦੇ ਲੋਕ ਤੁਹਾਨੂੰ ਐਕਸੈਪਟ ਨਹੀਂ ਕਰਨਗੇ। ਸੋ ਹਜੇ ਉਹਨਾਂ ਨੂੰ ਪ੍ਰੋਪਰ ਕੋਈ ਗੱਲ ਬਣ ਜੇ 10 ਦਿਨਾਂ ਨੂੰ ਤਾਂ ਵੱਖਰੀ ਗੱਲ ਹੈ, ਲੇਕਿਨ ਜਿਹੜੇ ਬੁੱਧੀਜੀਵ ਤੇ ਜਿਹੜੇ ਪਰਸੈਪਸ਼ਨ ਬਣਾਉਂਦੇ ਨੇ ਲੋਕ, ਵਿਚਾਰ ਬਣਾਉਂਦੇ ਨੇ, ਉਹਨਾਂ ਨੇ ਭਗਵੰਤ ਮਾਨ ਜੀ ਨੂੰ ਐਜ਼ ਏ ਮੁੱਖ ਮੰਤਰੀ ਦਾ ਕੈਂਡੀਡੇਟ ਐਕਸੈਪਟ ਨਹੀਂ ਕੀਤਾ। ਚੰਨੀ ਸਾਹਿਬ 'ਚ ਵੀ ਕੋਈ ਕਮੀਆਂ ਹੋਣੀਆਂ, ਲੇਕਿਨ ਇਹਨਾਂ ਦੋਵਾਂ ਨਾਲੋਂ ਜ਼ਿਆਦਾ ਲੋਕਪ੍ਰਿਯ ਪਸੰਦ ਜਿਹੜੀ ਹੈ ਲੋਕਾਂ ਦੀ, ਉਹ ਚੰਨੀ ਸਾਹਿਬ ਨੇ। ਨਵਜੋਤ ਸਿੱਧੂ ਨਾਲ ਹੋਵੇ ਨਹੀਂ, ਮੈਂ ਦੋਵਾਂ ਨੂੰ ਕੰਪੇਅਰ ਨਹੀਂ ਕਰੂੰਗਾ, ਲੇਕਿਨ ਅੱਜ ਪਬਲਿਕ ਦੀ ਡਿਮਾਂਡ, ਕਿਉਂਕਿ ਦੋਵੇਂ ਹੀ ਆਪਦੇ ਲੈਵਲ ਦੇ ਕਾਫੀ ਵਧੀਆ ਲੀਡਰ ਨੇ, ਲੇਕਿਨ ਪਬਲਿਕ ਦੀ ਜਿਹੜੀ ਡਿਮਾਂਡ ਅੱਜ ਹੈਗੀ ਨੇ, ਜਿਵੇਂ ਤੁਸੀਂ ਗਰਾਊਂਡ ਜ਼ੀਰੋ ਦੀ ਗੱਲ ਕਰ ਰਹੇ ਹੋ, ਅਸੀਂ ਵੀ ਪਿੰਡਾਂ 'ਚ ਫਿਰਦੇ ਨੇ, ਉੱਥੇ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਲੋਕ ਚੰਨੀ ਜੀ ਨੂੰ ਪਸੰਦ ਕਰਦੇ ਨੇ, ਕਿ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ 2.5 ਮਹੀਨੇ ਨਹੀਂ ਹੋਰ ਮੌਕਾ ਦੇਣਾ ਚਾਹੀਦਾ ਜੇ ਪੰਜਾਬ ਨੂੰ ਨਿਖਾਰਨਾ। ਲੋਕ ਨਵਜੋਤ ਸਿੱਧੂ ਬਾਰੇ, ਪੰਜਾਬ ਮਾਡਲ ਦੀ ਗੱਲ ਜਦੋਂ ਨਵਜੋਤ ਸਿੱਧੂ ਕਰਦੇ ਨੇ, ਉਹਦੇ ਉਹ ਮਾਡਲ ਕਿਵੇਂ ਲਾਗੂ ਹੋ? ਪੰਜਾਬ ਕੋਲੇ ਤਾਂ ਪੈਸਾ ਹੀ ਹੈ ਨਹੀਂ, ਖਜ਼ਾਨਾ ਖਾਲੀ ਹੈ, ਸੈਂਟਰ ਤੋਂ ਕੁਝ ਦਿੰਦਾ ਨਹੀਂ, ਸੈਂਟਰ ਨਾਲ ਟਕਰਾਅ ਹੈ, ਕਿਵੇਂ ਪੰਜਾਬ ਲੋਟ ਆਊਗਾ? ਮਾਨਸ਼ਈਆ ਸਾਹਿਬ ਪੰਜਾਬ ਨੂੰ ਖਜ਼ਾਨਾ ਤਾਂ ਆਪੇ ਹੀ ਪੈਦਾ ਕਰ ਸਕਦਾ ਜੇ ਚੱਜ ਦੇ ਲੋਕ, ਚੰਗੇ ਲੋਕ ਮਿਨਿਸਟਰ ਹੋਣ ਤੇ ਸੱਤਾ ਸਰਕਾਰ 'ਚ ਆ ਜਾਣ। ਮੈਂ ਤੁਹਾਨੂੰ ਦੱਸਿਆ ਕਿ 1.5 ਲੱਖ ਰੁਪਇਆ ਪ੍ਰਤੀ ਦਿਨ ਅਸੀਂ ਆਮਦਨ 'ਚ PRTC ਦੇ ਵਾਅਦਾ ਕੀਤਾ ਸੀ। ਸੋ ਖਜ਼ਾਨਾ ਆਪੇ ਆ ਜਾਂਦਾ ਜੀ, ਜੇ ਬੰਦਾ ਕੁਝ ਕਰਨ ਵਾਲਾ ਹੋਵੇ। ਟਰਾਂਸਪੋਰਟ ਮਾਫੀਆ ਨੂੰ ਲੈ ਕੇ ਜਿੰਨਾ ਤੁਸੀਂ ਕੰਮ ਕੀਤਾ, ਚਾਹੇ ਉਹ ਬਾਦਲਾਂ ਦੀਆਂ ਬੱਸਾਂ ਫੜੀਆਂ, ਤੁਸੀਂ ਛਾਪੇਮਾਰੀ ਕਰਦੇ ਸੀ, ਚਾਹੇ ਉਹ ਹਾਈ ਕੋਰਟ 'ਚੋਂ ਕੇਸ ਜਿੱਤ ਗਏ, ਉਹ ਹੋ ਗਿਆ, ਰੌਲਾ ਹੋ ਗਿਆ, ਉਹੀ ਸਿਸਟਮ ਜਦੋਂ ਦਾ ਚੋਣ ਜਾਬਤਾ ਲੱਗ ਗਿਆ, ਉਹੀ ਅਫਸਰ, ਉਹੀ ਰੂਟ, ਉਹ ਸਾਰਾ ਕੁਛ ਦੁਬਾਰੇ ਸ਼ੁਰੂ ਹੋ ਗਿਆ। ਬਠਿੰਡੇ ਦੇ ਵਿੱਚ ਵੀ PRTC ਦੇ ਮੁਲਾਜ਼ਮਾਂ ਨੇ ਧਰਨਾ ਲਾਇਆ। ਬਾਦਲਾਂ ਦਾ ਇੰਨਾ ਦਬਦਬਾ? ਬਿਲਕੁਲ ਜੀ, 25 ਸਾਲ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਰਹੇ ਨੇ, ਪੂਰੀਆਂ ਸਰਕਾਰਾਂ ਹੰਡਾਈਆਂ ਨੇ, 10 ਸਾਲ ਮਗਰਲੇ ਲਏ ਨੇ, ਇਕੱਠੇ ਰਹੇ ਨੇ, ਬੜਾ ਵੱਡਾ ਸਪੈਨ ਹੁੰਦਾ। ਉਹ ਜਿਹੜੀ ਗੱਲ ਸੀ ਉਹ ਟਾਈਮ ਟੇਬਲ ਦੀ ਗੱਲ ਸੀ, ਕਿਉਂਕਿ PRTC ਨੇ ਕੁਝ ਪੈਸੇ ਸਰਕਾਰ ਨੂੰ ਦੇਣੇ ਸੀ ਤੇ ਅਸੀਂ ਉਹ ਪੈਸੇ ਨਹੀਂ ਦਿੱਤੇ। ਰਿੰਬਰਸਮੈਂਟ ਵੀ ਉਹਨਾਂ ਤੋਂ ਲੈਣੀ ਸੀ ਅਸੀਂ, ਜਿਹੜੀਆਂ ਫ੍ਰੀ ਟਰੈਵਲਿੰਗ ਕਰਾਉਣੇ ਆ ਲੇਡੀਜ਼ ਨੂੰ, ਉਹ ਸਾਨੂੰ ਡਿਪਾਰਟਮੈਂਟ ਨੇ ਪੈਸੇ ਦੇਣੇ ਹੁੰਦੇ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਥੋਂ ਪੈਸੇ ਤੁਸੀਂ ਇੱਧਰ ਦੇ ਦਿਓ, ਉੱਧਰ ਲੈ ਲਓ। ਸੋ ਟਾਈਮ ਟੇਬਲ ਦੇ ਵਿੱਚ ਉਹ ਸਾਡੇ ਖਿਲਾਫ ਕੰਟੈਂਪਟ 'ਚ ਗਏ ਕਿ ਜਦੋਂ ਇਹਨਾਂ ਨੇ ਪੈਸੇ ਨਹੀਂ ਪੂਰੇ ਦਿੱਤੇ ਤੇ ਇਹਨਾਂ ਨੂੰ ਟਾਈਮ ਟੇਬਲ 'ਚ ਜਗ੍ਹਾ ਨਹੀਂ ਮਿਲਣੀ ਚਾਹੀਦੀ PRTC ਨੂੰ ਤੇ ਰੋਡਵੇਜ਼ ਨੂੰ। ਸੋ ਅਸੀਂ ਕਿਹਾ ਵੀ ਇਸ ਤਾਂ ਪੈਸੇ, ਸਰਕਾਰ ਨੂੰ ਚਿੱਠੀ ਲਿਖੀ, ਉਹ ਆਫਿਸਰ ਨੇ ਵਾਪਸ ਭੇਜਤੀ ਕਿ ਤੁਸੀਂ ਪਹਿਲਾਂ ਆਪਦੇ ਪੈਸੇ ਦਿਓ। ਉਹਨਾਂ ਨੇ ਕੰਟੈਂਪਟ ਪਾਤੀ, ਇਸ ਕਰਕੇ ਉਹ ਟਾਈਮ ਟੇਬਲ ਪੁਰਾਣੇ ਚੱਲ ਪਏ। ਪਰ ਲੇਕਿਨ ਅਸੀਂ ਹੁਣ ਇੰਸਟਾਲਮੈਂਟਸ ਦੇ ਨਾਲ ਪੈਸਾ 25-25 ਕਰੋੜ ਰੁਪਏ ਦੀ ਇੰਸਟਾਲਮੈਂਟ ਦੇ ਨਾਲ ਅਸੀਂ ਸਰਕਾਰ ਨੂੰ ਪੈਸਾ ਦੇਣ ਲੱਗ ਪਏ। ਸੋ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਦਿਨਾਂ 'ਚ ਹੀ, 2-4 ਦਿਨਾਂ ਦੇ ਵਿੱਚ ਹੀ ਪੁਰਾਣੇ ਜਿਹੜੇ ਟਾਈਮ ਟੇਬਲ ਅਸੀਂ ਨਵੇਂ ਬਣਾਏ ਸੀ ਉਹ ਲਾਗੂ ਦੁਬਾਰੇ ਹੋ ਜਾਣਗੇ। ਸੁਖਬੀਰ ਬਾਦਲ ਨਾਲ ਤੁਹਾਡਾ ਸਿੱਧਾ ਪੇਚਾ ਕਿਉਂ ਪੈ ਜਾਂਦਾ ਹੈ? ਉਹ ਕਹਿੰਦਾ ਵੀ ਜਦੋਂ ਮੇਰੀ ਸਰਕਾਰ ਬਣਦੀ ਹੈ, ਪਹਿਲਾ ਕੰਮ ਗਿੱਦੜਵਾਏ ਤੋਂ ਸ਼ੁਰੂ ਕਰਨਾ, ਮੈਂ ਪਹਿਲਾ ਪਰਚਾ ਬੜਿੰਗ ਤੇ ਦੇਣਾ ਹੈ। ਸਰਕਾਰ ਬਣੂਗੀ ਤਾਂ ਦੇਗਾ, ਕਦੇ ਬਣੇਗੀ ਨਹੀਂ ਸਰਕਾਰ। ਰਾਜੇ ਵੜਿੰਗ ਨੂੰ ਜਿਹਨੇ ਆਹ ਗੱਲ ਕਹੀ ਆ ਉਹ ਕਿਤੇ ਹੋਂਦ 'ਚ ਆਇਆ ਹੀ ਨਹੀਂ।
ਦੇਖ ਲਿਓ ਉਹ ਤੁਹਾਡੇ ਕਹਿੰਦੇ- ਸਾਹਮਣੇ। ਉਹ ਕਹਿੰਦੇ ਟਰਾਂਸਪੋਰਟ ਮੰਤਰੀ ਮੈਂ ਡਿੰਪੀ ਨੂੰ ਬੁਲਾਉਣਾ। ਚੰਗੀ ਗੱਲ ਹੈ, ਬਣਾ ਦੇ। ਕਦੇ ਮੁੱਖ ਮੰਤਰੀ ਬਣੇਗਾ ਤਾਂ ਬਣਾਏਗਾ। ਐਵੇਂ ਮੁਗੇਰੀ ਲਾਲ ਦੇ ਹਸੀਨ ਸੁਪਨੇ। ਉਹ ਤਾਂ ਕਹਿੰਦਾ ਮੈਂ 80 ਸੀਟਾਂ ਲੈ ਜਾਵਾਂਗਾ, ਉਹ ਤਾਂ ਕਹਿੰਦਾ 25 ਸਾਲ ਮੇਰਾ ਰਾਜ ਰਹੇਗਾ, ਉਹ ਤਾਂ ਕਹਿੰਦਾ ਮੈਂ ਪਾਣੀ ਦੇ ਵਿੱਚ ਬੱਸ ਚਲਾਵਾਂਗੇ। ਸੁਖਬੀਰ ਸਿੰਘ ਬਾਦਲ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਕੀ ਕਹਿ ਜਾਂਦੇ ਨੇ। ਕਈ ਵਾਰੀ ਖਾਦੀ ਪੀਤੀ ਦੇ ਵਿੱਚ ਇੱਧਰ ਉੱਧਰ ਕਾਫੀ ਕੁਝ ਕਹਿ ਜਾਂਦੇ ਨੇ। ਖਾਦੀ ਪੀਤੀ ਨੂੰ ਲੈ ਕੇ ਚਲੋ ਚਰਚਾ ਕਰਦੇ ਆ। ਕਹਿੰਦੇ ਲੋਕ ਕਹਿੰਦੇ ਆ ਵੀ ਜਿਹੜੇ ਵਰਕਰਾਂ ਦੇ ਵਿੱਚ ਵੀ ਗੱਲ ਜਦੋਂ ਖੁੱਲੀਆਂ ਜੇ ਅਸੀਂ ਪਿੰਡਾਂ 'ਚ ਜਾਂਦੇ ਆ ਨਾ, ਉਹ ਕਹਿੰਦੇ ਵੀ ਅੱਖ ਲਾਲ ਰਹਿੰਦੀ ਹੈ। ਅੱਖ ਲਾਲ ਰਹਿੰਦੀ ਹੈ, ਬੋਲਣ ਵੇਲੇ ਵੀ ਨਹੀਂ ਪਤਾ ਨਹੀਂ ਲੱਗਦਾ। 60 ਸਾਲ ਦਾ ਬੰਦਾ ਕਦੇ ਮੈਂ ਕਹਿ ਦੂੰਗਾ ਡਾਇਰੀ ਕਿੱਥੇ ਹੈ, ਲਿਆਓ ਡਾਇਰੀ ਮੇਰੀ, ਲਾਲ ਡਾਇਰੀ ਕਿੱਥੇ ਹੈ, ਇਹਨੂੰ ਮੈਂ ਸਬਕ ਸਿਖਾਵਾਂਗਾ, ਮੈਂ ਚੱਕ ਦੂੰਗਾ, ਧਰ ਦੂੰਗਾ, ਇਹਨੂੰ ਠੋਕ ਦਿਆਂਗੇ, ਮੈਂ ਦੇਖ ਲੈਣਾ ਇਹਨੂੰ। ਸੋ ਇਹੋ ਜਿਹੀਆਂ ਜਦੋਂ ਬੰਦਾ ਗੱਲ ਕਰਦਾ ਤੇ ਫਿਰ ਲੋਕਾਂ ਨੇ ਕਹਿਣਾ ਹੀ ਹੈ ਅੱਖ ਲਾਲ ਰਹਿੰਦੀ ਹੈ, ਤੇ ਅੱਖ ਲਾਲ ਰਹਿੰਦੀ ਹੈ। ਕਹਾਣੀ ਕੀ, ਅਸਲ ਕਹਾਣੀ ਕੀ ਹੈ? ਇਹ ਤਾਂ ਤੁਹਾਨੂੰ ਉਹਨੂੰ ਇਕੱਲੇ ਨੂੰ ਪੁੱਛਣਾ ਪਊਗਾ। ਕਹਾਣੀ ਤੁਹਾਡੇ ਨਾਲ ਤਾਂ ਪਹਿਲਾਂ ਵੀ ਕਹਿੰਦੇ ਲਿਹਾਜ਼ ਲੂਜ਼ ਠੀਕ ਰਹਿੰਦੀ ਹੁੰਦੀ। ਕੋਈ ਲਿਹਾਜ਼ ਨਹੀਂ ਸੀ ਮੇਰੇ ਨਾਲ, ਇਸ ਬੰਦੇ ਨਾਲ। ਇਹੋ ਜਿਹੇ ਬੰਦੇ ਨਾਲ ਘਰ ਹੀ ਲਿਹਾਜ਼ ਰਹਿ ਸਕਦੀ। ਕਦੇ ਵੀ ਨਹੀਂ ਹੈਲੋ ਹਾਏ ਹੋਈ? ਹੈਲੋ ਹਾਏ ਤਾਂ ਹੋਈ, ਬਥੇਰੇ ਵਾਰੀ ਹੋਈ, ਬਟ ਲਿਹਾਜ਼ ਨਹੀਂ ਇਹੋ ਜਿਹੇ ਬੰਦੇ ਨਾਲ। ਲਿਹਾਜ਼ ਹੁੰਦੀ ਹੈ ਜਿੱਥੇ ਲੋਕ ਦੋਸਤੀ ਯਾਰੀ ਸਮਝਣ, ਜਿੱਥੇ ਲੋਕ ਆਪਦੇ ਆਪ ਨੂੰ ਬਹੁਤ ਉੱਚਾ ਸਮਝਣ, ਆਪਦੇ ਆਪ ਨੂੰ ਬਹੁਤ ਵੱਡਾ ਸਮਝਣ, ਉੱਥੇ ਘਰ ਹੀ ਲਿਹਾਜ਼ ਹੁੰਦੀ ਹੈ। ਲਿਹਾਜ਼ ਬਰਾਬਰ ਦੇ ਵਿਅਕਤੀ ਨਾਲ ਹੁੰਦੀ। ਆਪਦੇ ਆਪ ਨੂੰ ਜਿਹੜਾ ਬੰਦੇ 'ਚ ਹੰਕਾਰ ਬੋਲਦਾ ਹੋਵੇ, ਉਹ ਮੈਂ ਬੋਲਦੀ ਹੋਵੇ, ਮੈਂ ਸਭ ਕੁਛ ਹਾਂ, ਉਹਦੇ ਨਾਲ ਕੋਈ ਯਾਰੀ ਨਹੀਂ ਹੁੰਦੀ। ਟਰਾਂਸਪੋਰਟ ਮਾਫੀਆ ਖਤਮ ਕਰਦੇ ਹੋਏ ਤੁਹਾਨੂੰ ਕਦੇ ਡਰ ਨਹੀਂ ਲੱਗਿਆ ਇਹਨਾਂ ਨਾਲ ਪੰਗਾ ਲੈਂਦੇ? ਨਾ, ਬਿਲਕੁਲ ਡਰ ਨਹੀਂ ਲੱਗਿਆ, ਬੇਖੌਫ। ਕਦੇ ਮਨ ਦੇ ਵਿੱਚ ਇਹ ਆਈ ਨਹੀਂ ਗੱਲ ਕਿ ਇਹਨਾਂ ਨਾਲ ਪੰਗਾ ਲੈ ਰਹੇ। ਚਾਅ ਚੜ੍ਹਦਾ ਸੀ। ਕੋਈ ਕੈਪਟਨ ਸਾਹਿਬ ਨੇ ਵੀ ਨਹੀਂ ਲਿਆ ਕਦੇ? ਕੈਪਟਨ ਸਾਹਿਬ ਤਾਂ ਰਲੇ ਵੇ ਸੀ, ਲੈਣਾ ਕੀ ਸੀ? ਉਹ ਤਾਂ ਇੱਕ ਹੀ ਗੱਲ ਸੀ, ਭਤੀਜੇ ਤੇ ਚਾਚੇ ਦੀ ਇੱਕ ਹੀ ਗੱਲ ਸੀ, ਉਹਨਾਂ ਨੇ ਕੀ ਲੈਣਾ ਸੀ? ਇਹ ਤਾਂ ਸਾਡੇ ਵਰਗੇ ਨੇ ਲੈਣਾ ਸੀ, ਅਸੀਂ ਲਿਆ, ਔਰ ਬੇਖੌਫ ਹੋ ਕੇ ਲਿਆ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਲੱਗਿਆ। ਰਾਹੁਲ ਗਾਂਧੀ ਤੁਹਾਡੇ ਕਾਂਗਰਸ ਦੇ ਸੀਨੀਅਰ ਲੀਡਰ ਨੇ, ਕੌਮੀ ਪ੍ਰਧਾਨ ਵੀ ਨੇ, ਇਹ ਕਿਉਂ ਚੁੱਪ ਰਹੇ? ਇਹ ਕਿਉਂ ਦੇਖਦੇ ਰਹੇ ਜਿਹੜੀ 4.5 ਸਾਲ ਦਾ ਖਮਿਆਜਾ ਤੁਹਾਨੂੰ ਹੁਣ ਭੁਗਤਣਾ ਪਿਆ ਲੋਕਾਂ ਦੇ ਵਿੱਚ, ਜੋ ਨਾਰਾਜ਼ਗੀ ਹੋਈ? ਉਹਨਾਂ ਨੇ ਕਦੇ ਕੈਪਟਨ ਸਾਹਿਬ ਨਾਲ ਗੱਲ ਨਹੀਂ ਕੀਤੀ ਸੀ? ਕਿਉਂ ਕਿ ਉਹਨਾਂ ਦੀ ਚੱਲਦੀ ਨਹੀਂ ਸੀ? ਨਹੀਂ ਕੀਤੀ ਹੋਣੀ ਇਹ ਗੱਲ, ਲੇਕਿਨ ਕਈ ਮਜਬੂਰੀਆਂ ਹੁੰਦੀਆਂ ਮਨ 'ਚ। ਇਹ ਸਭ ਪੋਲੀਟਿਕਸ ਦੇ ਵਿੱਚ ਬੰਦਾ ਜਦੋਂ ਫੀਲਡ 'ਚ ਹੁੰਦਾ ਹੈ ਉਦੋਂ ਗੱਲ ਹੋਰ ਹੁੰਦੀ ਹੈ, ਜਦੋਂ ਆਪ ਉਸ ਕੁਰਸੀ ਤੇ ਹੁੰਦਾ ਹੈ ਉਹ ਕਈ ਮਜਬੂਰੀਆਂ ਹੁੰਦੀਆਂ ਨੇ, ਪਾਰਟੀ ਦੀਆਂ ਮਜਬੂਰੀਆਂ ਹੁੰਦੀਆਂ ਨੇ। ਪਾਰਟੀ ਨੂੰ ਤੋੜਨ ਦੀ ਲੋਕ ਗੱਲ ਕਰਦੇ ਨੇ, ਫਿਰ ਬੰਦੇ ਸੱਤਾ ਸਰਕਾਰ 'ਚ ਆ ਕੇ ਪਾਰਟੀ ਨੂੰ ਬਲੈਕਮੇਲ ਕਰਦੇ ਨੇ। ਸੋ ਇਹ तमाम ਸਾਰੀਆਂ ਜਿਹੜੀਆਂ ਲੀਡਰਾਂ ਦੀਆਂ ਮਜਬੂਰੀਆਂ ਹੁੰਦੀਆਂ, ਪਤਾ ਉਹਨਾਂ ਨੂੰ ਸੀਗਾ। ਉਹ ਨਿਰੰਤਰ ਕੋਸ਼ਿਸ਼ ਕਰ ਰਹੇ ਸੀ ਵੀ ਕਦੋਂ ਐਸਾ ਮੌਕਾ ਆਵੇ ਅਸੀਂ ਇਹਨੂੰ ਉਤਾਰੀਏ, ਪਰ ਮੌਕਾ ਉਹ ਲੇਟ ਆਇਆ। ਉਹ ਕੋਸ਼ਿਸ਼ ਤਾਂ ਕਈ ਵਾਰੀ ਹੋਈ ਇੰਟਰਨਲੀ, ਬਟ ਉਹ ਮੌਕਾ ਲੇਟ ਮਿਲਿਆ। ਇਸ ਵਾਰੀ ਦੇਖਣ ਨੂੰ ਮਿਲ ਰਿਹਾ ਹੈ ਵੀ ਕਈ ਜਿਹੜੇ ਦਿਗਜ ਕਹਾਉਂਦੇ ਸੀ, ਹੁਣ ਤਾਂ ਮਤਲਬ ਰਿਟਾਇਰਮੈਂਟ ਦੀ ਤਾਂ ਕੋਈ ਸੀਮਾ ਹੁੰਦੀ ਹੈ, ਉਹ ਟਿਕਟਾਂ ਵਾਲਿਆਂ ਨੂੰ ਲੈ ਕੇ ਬੜਾ ਰੌਲਾ ਪਿਆ ਤੁਹਾਡਾ ਕਈ ਥਾਈਂ। ਕਈ ਤਾਂ ਸੀਨੀਅਰ ਲੀਡਰ ਵੀ, ਇੱਕ ਉਹਨਾਂ ਦੇ ਮੁੰਡੇ ਆਜ਼ਾਦ ਲੜ ਰਹੇ ਨੇ, ਕਿਤੇ ਹੋਰ ਰੌਲਾ ਜਾਏ। ਇਹ ਕੀ ਆ ਮਾਝੇ ਦੇ ਵਿੱਚ ਇਹ ਦੇਖਣ ਨੂੰ ਮਿਲਦਾ? ਚਾਹੇ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਹੋਵੇ, ਉਹ ਵੀ ਖੁਸ਼ ਨਹੀਂ ਹੈਗੇ। ਦੂਜੇ ਪਾਸੇ ਰਾਣਾ ਗੁਰਜੀਤ ਦੇ ਮੁੰਡਾ ਅੱਡ ਲੜ ਰਿਹਾ ਹੈ। ਇਹ ਕੀ ਕਹਾਣੀ ਜੀ ਲੱਗ ਰਹੀ ਹੈ? ਜਾਂ ਰਾਹੁਲ ਗਾਂਧੀ ਹੁਣ ਨਵੇਂ ਯੂਥ ਨੂੰ ਅੱਗੇ ਲਿਆਉਣਾ ਚਾਹੁੰਦੇ ਆ, ਪੁਰਾਣਿਆਂ ਨੂੰ ਥੋੜ੍ਹਾ ਜਿਹਾ ਖੁੱਡੇ ਲੈਣ ਨਹੀਂ ਲਾ ਰਹੇ? ਨਹੀਂ, ਐਸੀ ਕੋਈ ਗੱਲ ਨਹੀਂ ਹੈ, ਬਟ ਉਹਨਾਂ ਨੂੰ ਲੜਨਾ ਨਹੀਂ ਚਾਹੀਦਾ। ਜਿਨ੍ਹਾਂ ਦੇ ਜਿਹੜੇ ਖੁਦ ਟਿਕਟਾਂ ਲੜ ਰਹੇ ਆ, ਉਹਨਾਂ ਦੇ ਬੱਚਿਆਂ ਨੂੰ ਇੰਡੀਪੈਂਡੈਂਟ ਚੁਣਾਵ ਨਹੀਂ ਲੜਨੇ ਚਾਹੀਦੇ। ਇਹ ਬਿਲਕੁਲ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਦੀ ਗੱਲ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ, ਜਨਤਾ ਲੋਕਾਂ ਦੇ ਵਿੱਚ ਅਸ਼ੰਕਾ ਪੈਦਾ ਹੋ ਜਾਂਦੀ ਹੈ। ਵੜਿੰਗ ਸਾਹਿਬ, ਇੱਕ ਤੁਸੀਂ ਧਰਨਾ ਦੇ ਕੇ ਆਏ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ, ਕੀ ਬਣਿਆ ਜੀ? ਉਹ ਬੱਸ ਚੱਲ ਪਈ? ਨਾ ਜੀ, ਬੱਸ ਕਿੱਥੇ ਚੱਲਣੀ ਸੀ। ਕੇਜਰੀਵਾਲ ਸਾਹਿਬ ਨੂੰ ਵੀ ਘੇਰਿਆ ਸੀ, ਹੋਟਲ 'ਚ ਮਿਲੇ ਸਨ, ਮੈਨੂੰ ਕਹਿੰਦੇ ਸੀ ਮੈਂ ਗੱਲ ਕਰਾਂਗਾ, ਤੁਹਾਨੂੰ ਸੱਦਾਂਗੇ। ਮੈਨੂੰ ਕਿਹਾ ਸੀ ਜੀ ਮੈਨੂੰ ਸਮਾਂ ਦਿਓ। ਫਿਰ ਦੁਬਾਰੇ ਚਿੱਠੀ ਲਿਖੀ, ਦੁਬਾਰੇ ਟਵੀਟ ਕੀਤਾ, ਕੋਈ ਜਵਾਬ ਨਹੀਂ ਆਇਆ। ਅੱਜ ਤੱਕ ਉਹ ਜਵਾਬ ਉਡੀਕ ਰਹੇ। ਕਦੇ ਮਿਲੇ ਦੁਬਾਰੇ ਕੇਜਰੀਵਾਲ ਸਾਹਿਬ? ਬਾਦਲਾਂ ਦੀਆਂ ਬੱਸਾਂ ਤਾਂ ਹੁਣ ਵੀ ਜਾਂਦੀਆਂ ਏਅਰਪੋਰਟ? ਬਿਲਕੁਲ ਜਾਂਦੀਆਂ, ਬਿਲਕੁਲ ਜਾਂਦੀਆਂ। 20 ਤਰੀਕ ਤੋਂ ਬਾਅਦ ਸਮਾਂ ਮਿਲਿਆ ਜਾਂ ਇੱਧਰ ਮੁਕਤਸਰ ਨੇੜੇ ਕਿਤੇ ਆਏ ਕੇਜਰੀਵਾਲ ਸਾਹਿਬ, ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਕਿਹਾ ਸੀ ਮੈਂ ਤੁਹਾਨੂੰ ਸੱਦਾਂਗਾ, ਲੇਕਿਨ ਬਿਲਕੁਲ ਨਹੀਂ ਸੱਦਿਆ। ਤੁਸੀਂ ਸਾਨੂੰ ਕਹਿੰਦੇ ਹੋ, ਸਾਨੂੰ ਇਹ ਸ਼ੱਕ ਹੁੰਦਾ ਕਿ ਕਿਤੇ ਤੁਹਾਡੀ ਵੀ ਜਿਹੜੀ ਸਾਂਠ ਗਾਂਠ ਹੈ ਉਹ ਸੁਖਬੀਰ ਸਿੰਘ ਬਾਦਲ ਨਾਲ ਹੋ ਗਈ। ਇਸੇ ਕਰਕੇ ਉਹਦੀਆਂ ਬੱਸਾਂ ਨਿਰੰਤਰ ਏਅਰਪੋਰਟ 'ਤੇ ਜਾ ਰਹੀਆਂ ਨੇ, ਹੋਰ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਹ ਪੰਜਾਬੀ ਇਹ ਸਮਝਣਾ ਚਾਹੁੰਦੇ ਆ ਵੀ ਕਹਾਣੀ ਕਿਉਂ ਉਲਝਦੀ ਆ ਇੱਥੇ। ਉਹ ਤਾਂ ਪੰਜਾਬ ਆ ਕੇ ਕਹਿੰਦੇ ਆ ਮੈਂ ਤਾਂ ਤੁਹਾਡਾ, ਇੱਕ ਵਾਰੀ ਮੌਕਾ ਮੈਨੂੰ ਦਿਓ, ਪੰਜਾਬੀਆਂ ਨੂੰ, ਕੇਜਰੀਵਾਲ ਨੂੰ ਮੌਕਾ ਦਿਓ। ਪੰਜਾਬੀ ਕਹਾਣੀ ਤਾਂ ਸਮਝਦੇ ਆ, ਲੇਕਿਨ ਕਈ ਵਾਰੀ ਦਿਲ ਤੋਂ ਕੰਮ ਜ਼ਿਆਦਾ ਲੈ ਜਾਂਦੇ। ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਪਹਿਲਾਂ ਆਏ ਸੀ ਉਹਨਾਂ ਨੇ ਮਜੀਠੀਆ ਸਾਹਿਬ ਤੇ ਬੜੇ ਤੰਜ ਕਸੇ ਸੀ, ਬੜੀ ਸਪਸ਼ਟ ਸ਼ਬਦਾਂ 'ਚ ਉਹਦੇ ਬਾਰੇ ਬਿਆਨ ਕੀਤਾ ਸੀ, ਤੇ ਫਿਰ ਥੋੜ੍ਹੇ ਚਿਰ ਬਾਅਦ ਹੀ ਉਹਨਾਂ ਤੋਂ ਮਾਫੀ ਮੰਗ ਲਈ ਗਈ ਹੱਥ ਜੋੜ ਕੇ। ਸੋ ਪੰਜਾਬੀ ਇਹ ਸਾਰੀਆਂ ਗੱਲਾਂ ਸਮਝਦੇ ਨੇ, ਲੇਕਿਨ ਪੰਜਾਬੀ ਵਿਚਾਰੇ ਦਿਲ ਤੋਂ ਕੰਮ ਲੈ ਜਾਂਦੇ, ਭੋਲੇ ਹੁੰਦੇ, ਭਾਵਕ ਹੋ ਜਾਂਦੇ। ਸੋ ਜਿਹੜਾ ਉਹਨਾਂ ਨੂੰ ਗੱਲਾਂ ਬਾਤਾਂ ਜਿਹੀਆਂ ਇਹੋ ਜਿਹੀਆਂ ਸੁਣਾਉਂਦਾ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਾਡਾ ਕੋਈ ਭਲਾ ਕਰਨ ਵਾਸਤੇ ਹੈ। ਹਾਲਾਂਕਿ ਇਹ ਗੱਲ ਨਹੀਂ ਹੈ। ਕੇਜਰੀਵਾਲ ਸਾਹਿਬ ਉਹਨਾਂ ਦੇ ਦੋਹਰੇ ਮਾਪਦੰਡ ਨੇ, ਦੋਹਰੇ ਮਾਪਦੰਡ। ਮੈਂ ਤਾਂ ਉਸ ਦਿਨ ਦਿੱਲੀ ਗਿਆ ਸੀ, ਮੈਂ ਤਾਂ ਕੋਈ ਬੰਦਾ ਮਿਲਦਾ ਨਹੀਂ ਵੇਖਿਆ। ਮੈਂ ਪੁੱਛਿਆ ਪੁਲਿਸ ਵਾਲਿਆਂ ਨੂੰ, ਉਹ ਕਹਿੰਦੇ CM ਦੀ ਹਾਊਸ 'ਚ ਕੋਈ ਬੰਦਾ ਆਉਂਦਾ ਹੀ ਨਹੀਂ। ਸੋ ਮੈਨੂੰ ਬੜੀ ਹੈਰਾਨੀ ਹੋਈ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਕੋਈ ਮਿਲ ਨਹੀਂ ਆਉਂਦਾ। ਜੇ ਮੁੱਖ ਮੰਤਰੀ ਨੂੰ 2000 ਬੰਦਾ ਮਿਲਣ ਨਾ ਆਵੇ ਤਾਂ ਫਿਰ ਉਹ ਕਾਹਦਾ ਮੁੱਖ ਮੰਤਰੀ। ਸੋ ਮੈਨੂੰ ਨਹੀਂ ਲੱਗਦਾ ਕੋਈ ਐਸੀ ਉਹਨਾਂ ਦੀ ਗੱਲ ਬਣਦੀ। ਵੜਿੰਗ ਸਾਹਿਬ, ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਜਿਹੜਾ ਉੱਥੇ ਪੇਚਾ ਪਿਆ ਹੋਇਆ, ਕੌਣ ਜਿੱਤੂ ਜੀ ਫਿਰ? ਨਵਜੋਤ ਸਿੱਧੂ। ਇਹ ਕੋਈ ਪੁੱਛਣ ਵਾਲੀ ਗੱਲ ਹੈ? ਮਾਨਚਈਆ ਸਾਹਿਬ ਸਭ ਤੋਂ ਨਫ਼ਰਤ ਵਾਲਾ ਇਨਸਾਨ ਪੰਜਾਬ ਦੀ ਪੋਲਿਟਿਕਸ, ਜਿਹਨੂੰ ਸਭ ਤੋਂ ਜ਼ਿਆਦਾ ਵੱਧ ਨਫ਼ਰਤ ਕਰਦੇ। ਬੇਸ਼ੱਕ ਉਹ ਮਜੀਠਾ ਤੋਂ ਚੋਣ ਜਿੱਤਦਾ ਹੈ ਜੀ, ਲੇਕਿਨ ਉਹ ਵਿਕਰਮ ਸਿੰਘ ਮਜੀਠੀਆ ਹੈ ਜੀ। ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ, ਔਰ ਮੈਨੂੰ ਨਹੀਂ ਲੱਗਦਾ ਕੋਈ ਨਵਜੋਤ ਸਿੰਘ ਸਿੱਧੂ ਦਾ ਉੱਥੇ ਵਿਕਰਮ ਮਜੀਠੀਆ ਤੋੜ ਹੋਣਗੇ, ਨਾ, ਬਿਲਕੁਲ ਨਹੀਂ। ਪਰ ਸੁਖਬੀਰ ਬਾਦਲ ਕਹਿੰਦੇ ਮੈਂ ਤਾਂ, ਅਸੀਂ ਤਾਂ ਮਾਝੇ ਦੇ ਵਿੱਚ ਮਾਝੇ ਦਾ ਜਰਨੈਲ ਵਿਕਰਮ ਮਜੀਠੀਆ ਨੂੰ ਜਿਤਾਉਣਾ। ਮਾਝੇ ਦਾ ਜਰਨੈਲ ਤਾਂ ਹੈ ਹੀ ਨਹੀਂ। ਹੁਣੇ ਕਹਿਣ ਲੱਗੇ ਜਦੋਂ ਦਾ ਸੁਪਰੀਮ ਕੋਰਟ ਨੇ ਥੋੜੀ ਰਾਹਤ ਦਿੱਤੀ ਹੈ, ਜਰਨੈਲ ਤਾਂ ਹਿੱਕ ਚ ਵਜਦਾ ਹੈ। ਮੈਨੂੰ ਤਾਂ ਲੱਗਿਆ ਸੀ, ਉਹ ਤਾਂ ਨਵਜੋਤ ਸਿੱਧੂ ਦੇ ਕਹਿੰਦੇ ਮੈਂ, ਮੈਨੂੰ ਤਾਂ ਲੱਗਿਆ ਜਦੋਂ ਪਰਚਾ ਹੋਇਆ ਜੱਟ ਸਿੱਧਾ ਥਾਣੇ ਜਾਊਗਾ। ਜਰਨੈਲ ਕਦੇ ਲੁਕਦੇ ਹੈ? ਸੋ ਮੇਰੀ ਤੁਹਾਨੂੰ ਬੇਨਤੀ ਹੈ, ਕਦੇ ਜਰਨੈਲ ਨਾ ਕਿਉਂ। ਇਸ ਨਹੀਂ, ਅਸੀਂ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਜਰਨੈਲ ਨਹੀਂ ਕਹਿੰਦੇ। ਸੁਖਬੀਰ ਬਾਦਲ ਕਹਿੰਦਾ, ਸੁਖਬੀਰ ਨੂੰ ਵੀ ਕਿਉਂ ਇਹ ਗੱਲ। ਜਰਨੈਲ ਤਾਂ ਹਿੱਕ ਚ ਵਜਦੇ ਆ। ਜਰਨੈਲ ਤਾਂ 1.25 ਲੱਖ ਸੇ ਇੱਕ ਲੜਾਉਣ ਵਾਲਾ ਹੁੰਦਾ, ਇਕੱਲਾ ਜਾਂਦਾ ਜਰਨੈਲ ਉੱਡਦਾ ਜਾਂਦਾ। ਸੁਖਬੀਰ ਕਹਿੰਦਾ ਵੀ ਜਰਨੈਲ ਅਕਾਲੀ ਦਲ ਦਾ ਜਾ ਕੇ, ਸੁਖਬੀਰ ਦਾ ਸਾਲ ਹੈ ਨਾ, ਫਿਰ ਇਸ ਕਰਕੇ ਉਹ ਵਿਕਰਮ ਮਜੀਠੀਆ ਦੇ ਹਿੱਕ ਚ, ਸਿੱਧੂ ਦੇ ਹਿੱਕ ਚ ਵੱਜ ਰਿਹਾ, ਇਸ ਕਰਕੇ ਕਹਿੰਦਾ ਬੀਬਾ ਜੀ ਨੂੰ ਵੀ ਖੁਸ਼ ਰੱਖਣਾ ਹੁੰਦਾ। ਜੇ ਅੱਛਾ, ਘਰ ਵਾਲਾ ਕੰਮ ਵੀ ਕਰਨਾ ਪੈਂਦਾ। ਜੇ ਰਿਸ਼ਤੇਦਾਰ ਨੂੰ ਜਰਨੈਲ ਨਾ ਕਹਿਣਗੇ ਤਾਂ ਫਿਰ ਬੀਬਾ ਜੀ ਨੇ ਕਹਿਣਾ ਕਿ ਕਹਿ ਮੇਰੇ ਭਰਾ ਨੂੰ ਜਰਨੈਲ, ਫਿਰ ਰੋਟੀਆਂ ਘਰੋਂ ਨਹੀਂ ਮਿਲਣੀਆਂ। ਹਾਂ ਬਿਲਕੁਲ 100%। ਪਹਿਲਾਂ ਵੀ ਡਰਦੇ, ਕਹਿ ਮੇਰੇ ਭਰਾ ਨੂੰ ਇਕੱਠੇ। ਵੜਿੰਗ ਸਾਹਿਬ, ਜਿਵੇਂ ਤੁਸੀਂ ਇਕੱਠੇ, ਮੈਂ ਇੱਕ ਲੀਡਰਾਂ ਦੇ ਕਈਆਂ ਦਾ ਦੇਖਿਆ ਹੈ ਵੀ ਸੁਖਬੀਰ ਬਾਦਲ ਵੀ ਇਹੀ ਗੱਲ ਕਹਿੰਦੇ, ਅਸੀਂ ਕਿ ਆਖਿਆ ਤੁਹਾਡੀ ਇੰਟਰਵਿਊ ਤੋਂ ਬਾਅਦ ਵੀ ਇਕੱਠਿਆਂ ਦੀ ਇੰਟਰਵਿਊ ਕਰਨੀ ਹੈ, ਕਹਿੰਦੇ ਯਾਰ ਅਸੀਂ ਇਕੱਠੇ ਲੜ ਪਾਂਗੇ। ਕਹਾਣੀ ਕੀ ਹੈ? ਨਹੀਂ, ਅਸੀਂ ਤਾਂ ਨਹੀਂ ਲੜਦੇ ਇਕੱਠੇ। ਤੁਸੀਂ ਤਾਂ ਬੈਠ ਗਏ ਸੀ, ਸਾਡਾ ਤਾਂ ਮੀਆਂ ਬੀਬੀ ਦਾ ਪਿਆਰ ਹੈ। ਤੁਸੀਂ ਤਾਂ ਬੈਠ ਕੇ, ਮੈਂ ਸੁਖਬੀਰ ਬਾਦਲ ਹੋਰਾਂ ਦੀ ਗੱਲ ਡਰਦਾ ਹੋਵੇ, ਡਰਦੇ ਹੋਣਗੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ। ਵੈਸੇ ਵੀ ਹਰਸਿਮਰਤ ਕੌਰ ਬਾਦਲ ਕਾਫੀ ਐਰੋਗੈਂਟ ਹੈ ਸੁਭਾਅ ਦੇ, ਬਹੁਤ ਉਹ ਤਾਂ ਸ਼ਰੇਆਮ ਪਤਾ ਲੱਗ ਜਾਂਦਾ, ਦੂਰੋਂ ਪਤਾ ਲੱਗ ਜਾਂਦਾ, ਸ਼ਕਲ ਤੇ ਚਿਹਰੇ ਤੇ ਲਿਖਿਆ ਹੁੰਦਾ। ਸੋ ਦੋਨੋਂ ਭੈਣ ਭਰਾ ਇਸ ਗੱਲੋਂ ਤਾਂ ਮੈਨੂੰ ਨਹੀਂ ਲੱਗਦਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਅੱਗੇ ਬੋਲਦੇ ਹੋਣੇ। ਇਸੇ ਕਰਕੇ ਜਰਨੈਲ ਕਹਿਣਾ ਪੈਂਦਾ। ਨਹੀਂ, ਸਾਲੇ ਨੂੰ ਕੋਈ ਜਰਨੈਲ ਕਹਿੰਦਾ? ਮੈਂ ਤਾਂ ਨਹੀਂ ਕਹਿੰਦਾ ਕਦੇ। ਬਠਿੰਡੇ ਵਾਲੇ ਤਾਂ ਘੱਟ ਹੀ ਕਹਿੰਦੇ। ਬਾਦਲ ਵਾਲੇ ਥੋੜਾ ਜਿਹਾ ਰਿਸ਼ਤੇਦਾਰਾਂ ਨੂੰ ਜਰਨੈਲ ਕਹਿੰਦੇ ਰਹਿੰਦੇ ਆ। ਵੜਿੰਗ ਸਾਹਿਬ, ਤੁਸੀਂ ਕਾਫੀ ਸਮਾਂ ਕੱਢਿਆ, ਜਾਂਦੇ ਜਾਂਦੇ ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਖਾਸ ਕਰਕੇ NRI ਭਰਾਵਾਂ ਨੂੰ? ਗਿੱਦੜਬਾਹੇ ਦੇ NRI ਕਾਫੀ ਨੇ। ਮੈਂ ਬੇਨਤੀ ਕਰਾਂਗਾ ਪੰਜਾਬ ਦੇ ਨੌਜਵਾਨਾਂ ਨੂੰ ਤੇ NRI ਭਰਾਵਾਂ ਨੂੰ ਕਿ ਕਿਰਪਾ ਕਰਕੇ ਤੁਸੀਂ ਸੋਚ ਵਿਚਾਰ ਕੇ, ਦਿਮਾਗ ਦੇ ਨਾਲ, ਭਾਵਕ ਹੋ ਕੇ ਨਹੀਂ, ਕਿਉਂਕਿ ਭਾਵਕ ਹੋਏ ਕਿ ਕਈ ਵਾਰੀ ਫੈਸਲਾ ਗਲਤ ਲਿਆ ਜਾਂਦਾ ਹੈ, ਬੰਦਾ ਦਿਲ ਤੋਂ ਸੋਚ ਜਾਂਦਾ ਹੈ। ਸੋ ਇਸ ਵਾਰੀ ਦੀ ਇਲੈਕਸ਼ਨ ਪੰਜਾਬ ਦੇ ਲਈ ਬੜੀ ਮਹੱਤਵਪੂਰਨ ਹੈ, ਤੇ ਦਿਮਾਗ ਨਾਲ ਸੋਚ ਕੇ ਤੁਸੀਂ ਲੋਕਾਂ ਨੇ ਆਪਦੀ ਵੋਟ ਦਾ ਇਸਤੇਮਾਲ ਕਰਨਾ ਹੈ, ਸਾਰੇ ਪਹਿਲੂਆਂ ਨੂੰ ਮਾਪ ਕੇ। ਇਹ ਨਹੀਂ ਗਾ ਕਿ ਜਿਸਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ, ਕਿਸੇ ਨੇ ਗੱਲਾਂ ਸੁਣ ਕੇ। ਬੜਾ ਸੋਚ ਕੇ, ਵਿਚਾਰ ਕੇ। ਬੇਸ਼ੱਕ ਤੁਹਾਨੂੰ ਇਨਸਾਨ ਜਾਣਦਾ ਨਹੀਂ ਜਾਣਦਾ,
ਲੇਕਿਨ ਅਗਰ ਉਹਨੇ ਪੰਜਾਬ ਦੇ ਪਿੱਛੇ ਕੁਛ ਕੀਤਾ ਹੈ, ਕੰਮ ਚੰਗੇ ਕਰ ਸਕਦਾ, ਜੇ ਉਹ ਪਾਰਟੀ ਪੰਜਾਬ ਨੂੰ ਉੱਪਰ ਲੈ ਕੇ ਜਾ ਸਕਦੀ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉੱਚੇ ਲੈ ਕੇ ਜਾ ਸਕਦੀ ਹੈ, ਤੇ ਉਸ ਪਾਰਟੀ ਨੂੰ ਜ਼ਰੂਰ ਚੁਣਿਓ। ਮੇਰੀ ਇਹੀ ਤੁਹਾਨੂੰ ਬੇਨਤੀ ਹੈ। ਪਰਮਾਤਮਾ ਕਰੇ ਕੱਲ੍ਹ ਦਾ ਦਿਨ ਚੰਗਾ ਹੋਵੇ, ਚੰਗੀ ਸਰਕਾਰ ਬਣੇ, ਤੇ ਉਹ ਮੇਰੇ ਪੰਜਾਬ ਦੇ ਨੌਜਵਾਨਾਂ ਵਾਸਤੇ, ਐਨਆਰਆਈ ਭਰਾਵਾਂ ਵਾਸਤੇ ਵਧੇਰੇ ਚੰਗੇ ਤਰੀਕੇ ਨਾਲ ਸੋਚ ਕੇ ਉਹਨਾਂ ਦੇ ਤਮਾਮ ਕੰਮਾਂ ਤੇ ਨਵੇਂ ਨਿਰਣੇ ਤੇ ਫੈਸਲੇ ਲਵੇ। ਧੰਨਵਾਦ। ਵੜਿੰਗ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅੱਧੀ ਰਾਤ ਨੂੰ ਕਹਿੰਦਾ ਹੁਣ ਤਾਂ 2:30 ਵਜਣ ਦਾ ਸਮਾਂ ਹੋ ਗਿਆ, ਤੇ ਅਸੀਂ ਵੀ ਫਿਰ ਗਿੱਦੜਵਾਏ ਵਾਲੇ ਨੂੰ ਬਿਠਾ ਲਿਆ ਭਾਈ ਜਮਾਂ ਖੁੱਲੇ ਸਮਾਨ ਦੇ ਥੱਲੇ। ਚਲੋ ਮਾਨ ਧੰਨਵਾਦ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ। ਦੇਖਦੇ ਹਾਂ ਵੀ ਹੁਣ ਕੋਈ ਨਿੱਤੜੂ ਬਣੇਵੇਂ ਖਾਣੀ ਹੈ ਨਾ, ਕਹਿੰਦੇ ਹੁੰਦੇ ਆ, ਕਿੱਥੇ ਦਬਦਾ ਕਿੱਥੇ ਆ। ਕਮਾਲ ਦਾ ਅੱਜ ਇੱਕ ਲੋਕਾਂ 'ਚ ਨਾ ਸਪਰਿਟ ਵੀ ਦੇਖਣ ਨੂੰ ਮਿਲੀ। ਮਤਲਬ ਅਸੀਂ ਰਾਤ ਨੂੰ 1 ਵਜੇ ਬੈਠਣ ਵਾਲੇ ਹੈ ਨਹੀਂ ਸੀ, ਨਹੀਂ ਤਾਂ ਅਸੀਂ ਹੁਣ ਨੂੰ ਚੰਡੀਗੜ੍ਹ ਨੂੰ ਭੱਜ ਜਾਂਦੇ। ਜਦੋਂ ਅਸੀਂ ਤੁਹਾਡੇ ਰੈਲੀਆਂ ਜੇ ਦੇਖੀਆਂ, ਅਸੀਂ ਆਖਿਆ ਵੀ ਕਰੰਟ ਜਿਹਾ ਹੈਗਾ ਲੋਕਾਂ 'ਚ, ਚਲੋ ਬੰਦੇ ਨੂੰ ਪੁੱਛ ਹੀ ਲੈਂਦੇ ਆ। ਨਹੀਂ ਬਸ ਗਿੱਦੜਵੇ ਦਾ ਯਾਰ ਮੋਹ ਹੀ ਇੰਨਾ ਪਿਆਰ ਹੀ ਇੰਨਾ, ਉਹਨਾਂ ਨਾਲ ਰਿਸ਼ਤਾ ਕੋਈ ਪੋਲੀਟੀਸ਼ੀਅਨ ਵਾਲਾ ਤੇ ਸਿਆਸਤਦਾਨ ਵਾਲਾ ਹੈ ਹੀ ਨਹੀਂ ਹੈ। ਧੀਆਂ ਪੁੱਤਾਂ ਤੇ ਪਿਓਆਂ ਐਂ ਲੱਗਦਾ ਮੈਂ ਆਪਦੀਆਂ ਮਾਵਾਂ ਪਿਓਆਂ ਨਾਲ ਹੀ ਮਜ਼ਾਕ ਕਰ ਰਹੀ। ਸੋ ਇਸ ਕਰਕੇ ਉਹ ਰਿਸ਼ਤਾ ਹੋਰ ਵੱਖਰਾ ਹੈ, ਤੇ ਪਰਮਾਤਮਾ ਇਹ ਰਿਸ਼ਤਾ ਬਰਕਰਾਰ ਰਹੇ। ਮੈਂ ਤਾਂ ਉਹਨਾਂ ਨੂੰ ਕਹਿਣਾ ਹੁੰਦਾ ਵੋਟ ਪਾਇਓ ਨਾ ਪਾਇਓ, ਲੇਕਿਨ ਥੋੜ੍ਹੀਆਂ ਦੁਆਵਾਂ ਬੜੀਆਂ ਜ਼ਰੂਰੀ ਨੇ। ਤੁਸੀਂ ਕਿਉਂ ਸਾਡਾ ਪੁੱਤ ਚੱਲਿਆ, ਉਹ ਚੱਲਿਆ ਸਾਡਾ ਰਾਜਾ ਚੱਲੇ, ਜਿਉਂਦਾ ਰਹੇ ਵੀ ਰਾਜੇ ਆ, ਬਸ ਇੰਨੀਆਂ ਗੱਲਾਂ ਹੈ। ਐਮਐਲਏ ਕੋਈ ਚੀਜ਼ ਨਹੀਂ ਹੈ, ਮੰਤਰੀ ਕੋਈ ਚੀਜ਼ ਨਹੀਂ ਹੈ। ਜੇ ਲੋਕਾਂ ਦੀਆਂ ਦੁਆਵਾਂ ਤਾਂ ਤੁਸੀਂ ਹਮੇਸ਼ਾ ਜਿੱਦਾਂ ਰਹਿੰਦੇ ਹੋ, ਹਮੇਸ਼ਾ ਖੜੇ ਰਹਿੰਦੇ ਹੋ। ਤੇ ਜੇ ਲੋਕ ਦੁਆਵਾਂ ਨਹੀਂ ਬਦਦੁਆਵਾਂ ਦਿੰਦੇ ਜਾਂ ਕੁਛ ਨਹੀਂ, ਤਾਂ ਫਿਰ ਮੰਤਰੀ ਜਾਂਦਾ ਹੋਵੇ ਲੋਕ ਥੁੱਕਦੇ ਵੀ ਨਹੀਂ ਉਹਨਾਂ ਤੇ। ਸੋ ਮੈਂ ਤਾਂ ਉਹਨਾਂ ਦਾ ਪਿਆਰ ਪਾਲਦਾ, ਕੁਛ ਵੀ ਨਾ ਬਣਾਵੇ ਰੱਬ, ਲੇਕਿਨ ਐਂ ਹੀ ਪਿਆਰ ਮਿਲਦਾ ਰਹੇ ਜਿਵੇਂ ਦਿੰਦੇ। ਧੰਨਵਾਦ ਜੀ ਵੜਿੰਗ ਸਾਹਿਬ ਤੁਹਾਡਾ ਬਹੁਤ ਬਹੁਤ। ਤੇ ਇਹ ਸਨ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਜਿਨ੍ਹਾਂ ਦੀਆਂ ਸਟੇਜਾਂ ਉੱਤੇ ਗਾਣਾ ਚੱਲਦਾ ਹੈ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ। ਲਗਾਤਾਰ ਉਹ ਅੱਧੀ ਰਾਤ ਤੱਕ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ, ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਵੀ ਦਿਖਾਈ ਦਿੰਦੇ ਨੇ। ਪਰ ਇਹ ਤਾਂ 20 ਤਰੀਕ ਨੂੰ ਪਤਾ ਲੱਗੂ ਵੀ ਲੋਕ ਕਿੰਨਾ ਕੁ ਚਾਹੁੰਦੇ ਨੇ ਜਾਂ ਕਿਸ ਤਰ੍ਹਾਂ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਆ। ਪਿਛਲੇ ਆਪਣੇ ਜਿਹੜੀ 5 ਸਾਲ ਦੀ ਕਾਰਗੁਜ਼ਾਰੀ ਆ, 3 ਮਹੀਨਿਆਂ ਦੇ ਉਹ ਮੰਤਰੀ ਵੀ ਰਹੇ ਨੇ, ਤੇ ਇਹ 20 ਤਰੀਕ ਦੀਆਂ ਵੋਟਾਂ 'ਚ ਪਤਾ ਲੱਗ ਜੂ। ਪਰ ਉਹਨਾਂ ਨੇ ਬੜੀ ਵਿਵੇਕੀ ਦੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ। ਰਾਤ ਦਾ 1:45 ਦਾ ਸਮਾਂ ਹੋ ਗਿਆ, ਤੇ ਅਸੀਂ ਵੀ ਉਹਨਾਂ ਨੂੰ ਗਿੱਦੜਵਾਏ ਦੇ ਵਿੱਚ ਘੇਰਿਆ ਹੋਇਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ। ਅੱਜ ਅਸੀਂ ਖੁੱਲ੍ਹੀਆਂ ਗੱਲਾਂ ਕੀਤੀਆਂ ਨੇ, ਬੇਵਾਕ ਇੰਟਰਵਿਊ ਆ, ਤੇ ਇਹ ਨਾਨ ਪੋਲੀਟੀਕਲ ਇੰਟਰਵਿਊ ਆ। ਦੇਖਦੇ ਰਹੋ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ।